ਸਤਨਾਮ ਵਾਹਿਗੁਰੂ ਸਾਹਿਬ ਜੀ। ਤੂੰ ਠਾਕੁਰੋ ਬੈਰਾਗੁਰੂ, ਮੈਂ ਜਿਹੀ ਕਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ, ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨ ਜਾਣਾ ਤੂੰ ਵੱਡ ਦਾਣਾ, ਕਰ ਮਿਹਰਮਤ ਸਾਈਂ। ਕਿਰਪਾ ਕੀਜੈ ਸਾਮਤ ਦੀਜੈ, ਆਠ ਪਹਿਰ ਤੁਧ ਧਿਆਈ। ਗਰਭ ਨਾ ਕੀਜੈ ਰੇਣ ਹੋਵੀਜੈ, ਤਾਗਤ ਜੀਰੇ ਤੇਰੀ। ਸਭ ਉਪਰ ਨਾਨਕ ਕਾ ਠਾਕੁਰ, ਮੈਂ ਜਿਹੀ ਕਣ ਚੇਰੀ ਰਾਮ। ਬੇਸੁਮਾਰ ਅਥਾਹ ਅਗਨਤ ਅਤੁਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਸੰਗਤ ਕਰੀਐ ਸਾਧ ਕੀ, ਅੰਤ ਕਰੈ ਨਿਰਬਾਹ। ਸਾਖਤ ਸੰਗ ਨਾ ਕੀਜੀਐ, ਜਾਤੇ ਹੋਏ ਬਿਨਾਹ। ਕਬੀਰ ਜਗ ਮਹਿ ਚੇਤਿਓ ਜਾਨ ਕੈ, ਜਗ ਮਹਿ ਰਹਿਓ ਸਮਾਇ। ਜਿਨ ਹਰ ਕਾ ਨਾਮ ਨ ਚੇਤਿਓ, ਬਾਧਹਿ ਜਨਮੇ ਆਏ। ਕਬੀਰ ਆਸਾ ਕਰੀਐ ਰਾਮ ਕੀ, ਅਵਰੈ ਆਸ ਨਿਰਾਸ। ਨਰਕ ਪਰਹਿ ਤੇ ਮਾਨਈ, ਜੋ ਹਰ ਨਾਮ ਉਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਆਪਣੀ ਮਿਹਰ ਭਰੀ ਨਜ਼ਰ ਕਰਕੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਸੰਗਤ ਰੂਪ ਟਕਸਾਲ ਦੇ ਵਿੱਚ ਆਪਣੇ ਜੀਵਨ ਦੀ ਉਚੇਰੀ ਘਾੜਤ ਘੜਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਗੁਰੂ ਕੀ ਬਖਸ਼ਿਸ਼ ਨੂੰ ਕੀਰਤਨ ਰੂਪ ਦੇ ਵਿੱਚ ਮਾਨਣ ਦਾ ਯਤਨ ਕਰ ਰਹੇ ਸੀ। ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ
ਕਿ ਜਿਵੇਂ ਸੰਸਾਰ ਦੇ ਵਿੱਚ ਕਿਸੇ ਵਸਤੂ ਨੂੰ ਉਹਦੇ ਖਾਸ ਗੁਣਾਂ ਨੂੰ ਪ੍ਰਗਟ ਕਰਨਾ ਹੈ, ਉਸ ਵਸਤੂ ਨੂੰ ਸ਼ੁੱਧ ਕਰਨਾ ਹੈ, ਉਸ ਵਸਤੂ ਨੂੰ ਉਹਦੇ ਉਚੇਰੇ ਰੂਪ ਦੇ ਵਿੱਚ ਪ੍ਰਗਟ ਕਰਨਾ ਹੈ, ਤਾਂ ਹਰੇਕ ਚੀਜ਼ ਦੇ ਲਈ ਵੱਖੋ ਵੱਖ ਥਾਂ ਨਿਸ਼ਚਿਤ ਹਨ। ਇੱਕ ਅਣਘੜਿਆ ਲੋਹੇ ਦਾ ਵਿਅਰਥ ਪਿਆ ਟੁਕੜਾ ਹੈ, ਲੋਹਾਰ ਦੇ ਹੱਥ ਲੱਗ ਜਾਏ ਤਾਂ ਕਿਸੇ ਨਾ ਕਿਸੇ ਵਰਤੋਂਯੋਗ ਔਜ਼ਾਰ ਦੀ ਸ਼ਕਲ ਲੈ ਕੇ ਵਰਤੋਂਯੋਗ ਹੋ ਕੇ ਮਹੱਤਵਪੂਰਨ ਬਣ ਜਾਂਦਾ ਹੈ। ਇਸੇ ਪ੍ਰਕਾਰ ਕੋਈ ਲੱਕੜ ਕਿਸੇ ਬੁੱਤ ਤਰਾਸ਼ ਕੋਲ ਪਹੁੰਚ ਜਾਏ, ਪੱਥਰ ਜਾਂ ਲੱਕੜ, ਉਹ ਵੀ ਬੜੀ ਕੀਮਤੀ ਹੋ ਜਾਂਦੀ ਹੈ। ਇਸੇ ਪ੍ਰਕਾਰ ਜਦੋਂ ਇੱਕ ਗੁਰਸਿੱਖ ਹੋਰ ਸਾਰੇ ਤਰ੍ਹਾਂ ਦੇ ਭਟਕਣ ਦੇ ਮਾਰਗ ਛੱਡ ਕੇ ਸਤਸੰਗਤ ਵਿੱਚ ਪਹੁੰਚ ਜਾਏ ਅਤੇ ਗੁਰੂ ਸ਼ਬਦ ਦੇ ਨਾਲ ਜੁੜਨਾ ਸ਼ੁਰੂ ਕਰ ਦੇ, ਗੁਰੂ ਸ਼ਬਦ ਦੇ ਭਾਵ ਨੂੰ ਅਮਲ ਰੂਪ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਵਸਾਉਣਾ ਸ਼ੁਰੂ ਕਰ ਦੇ, ਅਤੇ ਉਸ ਗੁਰਸਿੱਖ ਦੀ ਵੀ ਜਿਹੜੀ ਜੀਵਨ ਹੈ, ਉਹਦੀ ਕਾਇਆ ਹੈ, ਰੱਬੀ ਗੁਣਾਂ ਦੇ ਸਹਿਤ ਬੰਦਗੀ ਧਨ ਦੇ ਨਾਲ ਨਾਮ ਰਸੀ ਜੀਵਨ ਜਿਉਂਦਿਆਂ ਹੋਇਆਂ ਕਲਪ ਹੋ ਜਾਂਦੀ ਹੈ, ਅਤੇ ਉਹ ਗੁਰਮੁਖ ਸਰੂਪ ਵਾਲਾ ਹੋ ਕੇ ਜਗਤ ਵਿੱਚ ਦੋਹੀ ਜਹਾਨੀ ਮਾਣ ਪਾਉਂਦੇ ਹਨ। ਸੋ ਆਪ ਜੀ ਬੜੇ ਸੁਭਾਗਸ਼ਾਲੀ ਹੋ, ਐਸਾ ਨਿਰਮਲ ਯਤਨ ਗੁਰੂ ਕਿਰਪਾ ਸਦਕਾ ਨਿਰੰਤਰ ਕਰਦੇ ਹੋ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ, ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਸ਼ਰਵਣ ਕਰਕੇ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸੰਗਤ ਕਰੀਐ ਸਾਧ ਕੀ, ਅੰਤ ਕਰੈ ਨਿਰਬਾਹੋ। ਭਗਤ ਸਾਹਿਬ ਜੀ ਦੇ ਰਚਿਤ ਸ਼ਲੋਕਾਂ ਦੇ ਅੰਤਰਗਤ ਲੜੀਵਾਰ ਰੂਪ ਦੇ ਵਿੱਚ ਆਪ ਜੀ ਨੇ ਪਿਛਲੇ ਸ਼ਲੋਕਾਂ ਦੁਆਰਾ ਇਹ ਨੁਕਤੇ ਅਤੇ ਉਪਦੇਸ਼ ਸ਼ਰਵਣ ਕੀਤੇ ਸੀ ਕਿ ਅਗਰ ਮਨੁੱਖ ਦੇ ਅਹੰਕਾਰ ਦਾ ਨਾਸ਼ ਹੋ ਜਾਏ ਤਾਂ ਉਹ ਵਿਕਾਰਾਂ ਦੇ ਤਲ 'ਤੇ, ਵਾਸਨਾ ਦੇ ਤਲ 'ਤੇ ਮੁਕੰਮਲ ਤੌਰ 'ਤੇ ਮੁਕਤ ਹੋ ਜਾਂਦਾ ਹੈ ਅਤੇ ਆਪਣੇ ਆਤਮ ਸਰੂਪ ਨੂੰ ਪਛਾਣ ਕੇ ਜੀਵਨ ਨੂੰ ਸਫਲ ਕਰ ਲੈਂਦਾ ਹੈ। ਇਸੇ ਪ੍ਰਕਾਰ ਦੂਸਰੇ ਸ਼ਲੋਕ ਵਿੱਚ ਬਖਸ਼ਿਸ਼ ਸੀ ਕਿ ਮਨੁੱਖ ਭਾਵੇਂ ਧਰਤੀ ਦੇ ਸਾਰੇ ਹਿੱਸੇ ਗਾਹ ਲਵੇ, ਦੁਨੀਆ ਦੇ ਸਾਰੇ ਤਰ੍ਹਾਂ ਦੇ ਅਨੁਭਵਾਂ ਨੂੰ ਵੀ ਹੰਢਾ ਲਵੇ, ਮਾਣ ਲਵੇ ਜਾਂ ਉਹਨਾਂ ਨੂੰ ਕਮਾ ਲਵੇ, ਪਰ ਜਿੰਨਾ ਚਿਰ ਹਰੀ ਨਾਮ ਦੀ ਯਾਦ ਮਨੁੱਖ ਦੇ ਅੰਤਰ ਹਿਰਦੇ ਅੰਦਰ ਵਾਸ ਨਹੀਂ ਕਰਦੀ, ਉਤਨਾ ਚਿਰ ਉਹਨੂੰ ਜੀਵਨ ਦੇ ਵਿੱਚ ਕੋਈ ਆਪਣੇ ਸਕੂਨ ਦਾ ਖਾਸ ਮੁਕਾਮ ਪ੍ਰਾਪਤ ਨਹੀਂ ਹੋ ਸਕਦਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਅੱਜ ਦੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ। ਕਬੀਰ ਸੰਗਤ ਕਰੀਐ ਸਾਧ ਕੀ, ਅੰਤ ਕਰੈ ਨਿਰਬਾਹੋ। ਅਸੀਂ ਸਮਾਜਿਕ ਤੌਰ 'ਤੇ ਵਿਚਰਨ ਵਾਲੇ ਸਾਰੇ ਜਨ ਮਾਨਸ ਦੇ ਹਿੱਸਾ ਹਾਂ। ਕੋਈ ਵੀ ਸਾਡੇ ਵਿੱਚੋਂ ਐਸਾ ਮਨੁੱਖ ਨਹੀਂ ਹੈ ਜਿਹੜਾ ਜੰਗਲ ਦਾ ਜਾਂ ਜੰਗਲੀ ਬਿਰਤੀਆਂ ਦਾ ਵਾਸੀ ਹੋਵੇ। ਆਮ ਸੱਭਿਅਕ ਸਮਾਜ ਦੇ ਵਿੱਚ ਰਹਿਣ ਵਾਲੇ, ਸਮਾਜਿਕ ਕਾਇਦੇ ਕਾਨੂੰਨ ਦੇ ਵਿੱਚ ਰਹਿ ਕੇ ਜੀਵਨ ਦਾ ਗੁਜ਼ਰ ਬਸਰ ਕਰਨ ਵਾਲੇ ਅਸੀਂ ਸਾਰੇ ਹਾਂ। ਪਰ ਇੱਕ ਤਾਂ ਉਹ ਹੈ ਜਿਹੜਾ ਜੰਗਲ ਵਿੱਚ ਰਹਿੰਦਿਆਂ ਜੰਗਲੀ ਬਿਰਤੀਆਂ ਦਾ ਧਾਰਨੀ ਹੋ ਗਿਆ। ਹੁਣ ਜੰਗਲ ਵਿੱਚ ਹਿੰਸਕ ਜਾਨਵਰਾਂ ਨੂੰ ਮਨੁੱਖ ਦੇਖੇਗਾ, ਹਿੰਸਕ ਜਾਨਵਰ ਉਹਦੇ 'ਤੇ ਹਮਲਾ ਕਰਨਗੇ ਅਤੇ ਯਕੀਨਨ ਉਹ ਮਨੁੱਖ ਵੀ ਹਿੰਸਕ ਹੋ ਜਾਏਗਾ। ਪਰ ਇੱਕ ਸੱਭਿਅਕ ਸਮਾਜ ਦੇ ਵਿੱਚ ਜਾਂ ਜਿੱਥੇ ਸਮਾਜ ਦੇ ਵਿੱਚ ਕਾਨੂੰਨ, ਵਿੱਦਿਆ, ਹੋਰ ਸਾਰੇ ਰੂਪਾਂ ਦੇ ਵਿੱਚ ਨੇਮ ਲਾਗੂ ਹੁੰਦੇ ਨੇ, ਉੱਥੇ ਰਹਿੰਦਿਆਂ ਵੀ ਮਨੁੱਖ ਪਾਪੀ, ਅਵਗੁਣੀ ਜਾਂ ਕਾਤਲ, ਦੁਰਾਚਾਰੀ ਇਹ ਕੁਝ ਬਣ ਜਾਂਦਾ ਹੈ। ਤਾਂ ਫਿਰ ਇਸ ਗੱਲ ਦੀ ਥੋੜ੍ਹੀ ਤਲਾਸ਼ ਖੋਜ ਹੋਣੀ ਚਾਹੀਦੀ ਹੈ
ਕਿ ਜੰਗਲ ਦੇ ਵਿੱਚ ਰਹਿ ਕੇ ਜੰਗਲੀ ਬਣਨਾ ਤਾਂ ਸੁਭਾਵਿਕ ਹੈ, ਕਿਉਂਕਿ ਜਾਨਵਰਾਂ ਦਾ ਸੁਭਾਅ ਗ੍ਰਹਿਣ ਕਰੇਗਾ। ਸੱਭਿਅਕ ਮਨੁੱਖ ਵਿੱਚ ਰਹਿ ਰਿਹਾ ਹੈ, ਇੱਕ ਆਲਾ ਦੁਆਲਾ ਠੀਕ ਲੋਕਾਂ ਵਾਲਾ ਹੈ, ਇਹਨਾਂ ਵਿੱਦਿਆ ਵੀ ਲਈ ਹੋਈ ਹੈ, ਹੋਰ ਵੀ ਸਮਾਜ ਦੇ ਕਾਨੂੰਨ ਤੋਂ ਵੀ ਜਾਣੂ ਹੈ, ਪਰ ਫਿਰ ਵੀ ਉਲਟ ਕਰਮ ਕਰਨ ਵਾਲੇ ਪਾਸੇ ਗਿਆ। ਅਤੇ ਇਹਦਾ ਕਾਰਨ ਕੀ ਹੈ? ਤਾਂ ਜੇ ਸਿੱਧਾ ਜਿਹਾ ਸਪਸ਼ਟ ਜਿਹਾ ਇਹਦਾ ਕਾਰਨ ਖੋਜਾਂਗੇ ਤਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਸੰਗਤ ਕਰੀਐ ਸਾਧ ਕੀ। ਹਰੇਕ ਮਨੁੱਖ ਦੀ ਜ਼ਿੰਦਗੀ ਵਿੱਚ ਉਹਦੀ ਕੀਤੀ ਜਾਣ ਵਾਲੀ ਸੰਗਤ ਉਹਦੇ ਵਿਚਾਰਕ ਤੌਰ 'ਤੇ, ਉਹਦੇ ਵਿਵਹਾਰਕ ਤੌਰ 'ਤੇ, ਅਤੇ ਇੱਥੋਂ ਤੱਕ ਕਿ ਉਹਦੇ ਮਾਨਸਿਕ ਤੌਰ 'ਤੇ ਵੀ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀ ਹੈ। ਸਮਾਜ ਵਿਗਿਆਨਾਂ ਦੇ ਵਿੱਚ ਤਾਂ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਮਨੁੱਖ ਦੀ ਜਿਵੇਂ ਮੰਨ ਲਓ 100% ਸ਼ਖਸੀਅਤ ਹੈ ਅਤੇ ਕੋਈ ਉਹ ਖਾਸ ਤਰ੍ਹਾਂ ਦੀ ਸੰਗਤ ਰੋਜ਼ਾਨਾ ਕਰਦਾ ਹੈ ਅਤੇ 70% ਤੋਂ ਵੱਧ ਉਹਦੀ ਜਿਹੜੀ ਘਾੜਤ ਹੈ, ਉਹ ਜਿਸ ਤਰ੍ਹਾਂ ਦੇ ਦਾਇਰੇ ਵਿੱਚ ਵਿਚਰਦਾ ਹੈ ਉਹੀ ਉਹਦੀ ਘਾੜਤ ਘਟਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਹੁਣ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਦੇ ਵਿੱਚ ਇਸ ਤਰ੍ਹਾਂ ਚਾਹੀਦਾ ਕਿ ਸਾਡਾ ਜੀਵਨ ਬੜਾ ਸੁਚੱਜਾ ਹੋਵੇ, ਬੜਾ ਸੋਝੀ ਭਰਿਆ ਹੋਵੇ, ਜਿਹਦੇ ਵਿੱਚ ਤਾਂ ਬਹੁਤ ਤੀਖਣ ਗਿਆਨ ਹੋਵੇ, ਸਾਡੇ ਅਮਲ ਕਰਮ ਬੜੇ ਸ਼ੁਭ ਹੋਣ। ਤਾਂ ਫਿਰ ਇਹਦੇ ਲਈ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੰਗਤ ਕਰੀਐ ਸਾਧ ਕੀ। ਹੁਣ ਸਮਾਜ ਦੇ ਵਿੱਚ ਵਿਚਰਦਿਆਂ ਨੈਤਿਕ ਤੌਰ 'ਤੇ ਬਾਹਰੋਂ ਮਨੁੱਖ ਸੁਚੇਤ ਰਹਿ ਸਕਦਾ ਹੈ। ਹੋ ਸਕਦਾ ਹੈ ਕਿ ਬਾਹਰੀ ਰੂਪ ਦੇ ਵਿੱਚ ਕਦੀ ਚੋਰੀ ਦਾ ਕਰਮ ਨਾ ਕੀਤਾ ਹੋਵੇ, ਕੋਈ ਦੁਰਾਚਾਰ ਦਾ ਕਰਮ ਨਾ ਕੀਤਾ ਹੋਵੇ, ਪਰ ਅੰਤਰ ਮਨ ਦੇ ਤਲ 'ਤੇ ਵੀ ਉਹ ਭਾਵ ਹੋਣ ਨਾ ਹੋਣ ਐਸਾ ਸੰਭਵ ਨਹੀਂ। ਕਈ ਵਾਰੀ ਦੋ ਪਰਤੀ ਸਥਿਤੀ ਹੋ ਸਕਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੀਵਨ ਨੂੰ ਅਗਰ ਉਚੇਰਾ ਲਿਜਾਣਾ ਹੈ ਤਾਂ ਉਹਨਾਂ ਪੁਰਖਾਂ ਦੀ ਸੰਗਤ ਕਰੋ ਜਿਹੜੇ ਜੀਵਨ ਦੇ ਸਫ਼ਰ 'ਤੇ ਗਿਆਨ ਦੀ ਵਿਚਾਰ ਨੂੰ ਧਾਰਨ ਕਰਕੇ ਚੱਲ ਪਏ ਨੇ ਅਤੇ ਜਿਨ੍ਹਾਂ ਨੇ ਗੁਰੂ ਸ਼ਬਦ ਦੇ ਪ੍ਰਕਾਸ਼ ਨੂੰ ਆਪਣੇ ਜੀਵਨ 'ਚ ਟਿਕਾ ਲਿਆ ਅਤੇ ਹੁਣ ਰੋਜ਼ਾਨਾ ਉਸ ਕਰਮ ਦੀ, ਉਸ ਸ਼ਬਦ ਦੀ ਰੌਸ਼ਨੀ ਦੇ ਵਿੱਚ ਆਪਣੇ ਜੀਵਨ ਦਾ ਪੰਧ ਤੈਅ ਕਰਦੇ ਜਾ ਰਹੇ ਨੇ। ਜਦੋਂ ਭਗਤ ਕਬੀਰ ਸਾਹਿਬ ਜੀ ਨੇ ਸਾਧ ਸ਼ਬਦ ਵਰਤਿਆ ਹੈ ਨਾ, ਤਾਂ ਉਹਦਾ ਭਾਵ ਇਹ ਹੈ ਕਿ ਸੰਤ ਕਿਉਂ ਨਹੀਂ ਕਿਹਾ। ਸਾਧ ਦਾ ਭਾਵ ਇਹ ਹੈ ਕਿ ਤੂੰ ਅਧਿਆਤਮ ਦੇ ਵਿੱਚ ਤਰੱਕੀ ਕਰਨੀ ਹੈ ਤਾਂ ਉਸ ਬੰਦੇ ਨੂੰ ਚੁਣ ਜਿਹੜਾ ਤੇਰੇ ਤੋਂ ਕੁਝ ਕਦਮ ਅੱਗੇ ਹੈ। ਕਿਉਂਕਿ ਤੂੰ ਵੀ ਸਾਧਨਾ ਦੇ ਵਿੱਚ ਹੋਵੇਂਗਾ, ਉਹ ਵੀ ਸਾਧਨਾ ਦੇ ਵਿੱਚ ਹੋਏਗਾ, ਅਤੇ ਜਦੋਂ ਤੇਰੀ ਇਕੱਠੀ ਸਾਧਨਾ ਚੱਲੇਗੀ ਦੋਵਾਂ ਦੀ, ਤੂੰ ਥੋੜ੍ਹੇ ਕਦਮ ਪਿੱਛੇ ਹੈ, ਪਰ ਜਦੋਂ ਉਹਦੇ ਨਾਲ ਚੱਲੇਗਾ ਤਾਂ ਜਿਹੜੀਆਂ ਆਰੰਭਕ ਅਵਸਥਾ 'ਤੇ ਅਧਿਆਤਮ ਦੇ ਤਲ 'ਤੇ ਤੈਨੂੰ ਮਨ ਦੇ ਤਲ 'ਤੇ ਸਮਝਣੀਆਂ ਪੈਣਗੀਆਂ, ਉਹ ਸਾਧ ਪੁਰਖ ਇਹਦੇ ਵਿੱਚ ਮਦਦ ਕਰੇਗਾ। ਕਿਉਂਕਿ ਸੰਤ ਤਾਂ ਮੁਕੰਮਲ ਹੋ ਚੁੱਕਿਆ ਹੁੰਦਾ ਹੈ ਅਤੇ ਜਿਹੜਾ ਸਾਧ ਹੈ ਉਹ ਗੁਰੂ ਸ਼ਬਦ ਦੀ ਰੌਸ਼ਨੀ ਦੇ ਵਿੱਚ ਅਜੇ ਜੀ ਰਿਹਾ ਹੁੰਦਾ ਅਤੇ ਰੋਜ਼ਾਨਾ ਉਹਦੇ ਨਵੇਂ ਅਨੁਭਵ ਬਣ ਰਹੇ ਹੁੰਦੇ ਹਨ। ਕਿਉਂਕਿ ਸੰਤ ਤਾਂ ਫਿਰ ਉਹ ਹੋ ਜਾਂਦਾ ਨਾ ਕਿ ਜਿਹੜਾ ਸਾਧਨਾ ਨਹੀਂ, ਉਹ ਸਿੱਧਾ ਹੀ ਤੁਹਾਨੂੰ ਮੁਕਤ ਕਰਨ ਦੀ ਸਮਰੱਥਾ ਰੱਖਦਾ ਹੈ, ਪਰ ਸਾਧ ਹੈ ਜਿਹੜਾ ਤੁਹਾਨੂੰ ਜੀਵਨ ਦਾ ਸਾਰਾ ਪ੍ਰੋਸੈਸ ਸਿਖਾਉਂਦਾ ਹੈ ਕਿ ਆਪਣੇ ਮਨ ਦੇ ਤਲ 'ਤੇ ਕਿਵੇਂ ਸੁਚੇਤ ਹੋਣਾ ਹੈ, ਆਪਣੀ ਸੁਰਤ ਨੂੰ ਪ੍ਰਬਲ ਕਿਵੇਂ ਕਰਨਾ ਹੈ, ਵਕਾਰਾਂ ਦੇ ਨੁਕਤੇ ਤੋਂ ਆਤਮ ਸੰਜਮ ਕਿਵੇਂ ਬਣਾਉਣਾ ਹੈ, ਆਪਣੇ ਧਿਆਨ ਨੂੰ ਆਪਣੇ ਜੀਵਨ ਮਨੋਰਥ 'ਤੇ ਕਿਵੇਂ ਕੇਂਦਰਿਤ ਰੱਖਣਾ ਹੈ, ਸ਼ੁਭ ਗੁਣਾਂ ਦੀ ਰਾਸ ਪੱਲੇ ਕਿਵੇਂ ਬੰਨਣੀ ਹੈ, ਇਹ ਸਾਧ ਸਿਖਾਉਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਬੀਰ ਆਖਦੇ ਹਨ ਕਬੀਰ ਸੰਗਤ ਕਰੀਐ ਸਾਧ ਕੀ। ਜਦੋਂ ਸਾਧ ਜਨਾਂ ਦੀ ਸੰਗਤ ਕਰਦੇ ਹਾਂ ਤਾਂ ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਅੰਤ ਕਰੈ ਨਿਰਬਾਹੁ। ਅਤੇ ਜਦੋਂ ਉਸ ਸਾਧ ਦੇ ਕੋਲੋਂ ਕੋਈ ਜੀਵਨ ਜਿਉਣ ਦੇ ਸੂਤਰ ਸਿੱਖ ਲੈਂਦੇ ਹਾਂ, ਉਹਨਾਂ ਸੂਤਰਾਂ ਨੂੰ ਜੀਵਨ ਦੇ ਵਿੱਚ ਅਪਣਾਉਂਦੇ ਹਾਂ, ਤਾਂ ਫਿਰ ਕੀ ਹੁੰਦਾ ਹੈ, ਅੰਤ ਕਰੈ ਨਿਰਬਾਹੁ, ਅਤੇ ਅੰਤ ਸਮੇਂ ਤੱਕ ਮਨੁੱਖ ਦੀ ਕਲਿਆਣ ਹੋ ਜਾਂਦੀ, ਉਹਦਾ ਜੀਵਨ ਮਨੋਰਥ ਨੂੰ ਪ੍ਰਾਪਤ ਹੋ ਜਾਂਦਾ। ਹੁਣ ਸੂਤਰ ਦੇ ਸੰਬੰਧ ਦੇ ਵਿੱਚ ਕਦੀ ਆਪ ਜੀ ਨੇ ਕਿਸੇ ਮਕਾਨ ਦੀ ਉਸਾਰੀ ਹੁੰਦੀ ਦੇਖੀ ਹੋਵੇ, ਕਈ ਵਾਰੀ ਬਹੁਤ ਲੰਮੀ ਕੰਧ ਆਦਿਕ ਦੀ ਉਸਾਰੀ ਕਰ ਰਹੇ ਹੁੰਦੇ ਨੇ, ਤਾਂ ਇੱਕ ਧਾਗਾ ਉਹਨਾਂ ਦੋਵਾਂ ਦਿਸ਼ਾਵਾਂ ਤੋਂ ਇੱਕ ਵਾਰੀ ਆਪਣਾ ਮਾਪ ਜਿਹਾ ਸੈੱਟ ਕਰਕੇ ਬੰਨ੍ਹ ਦਿੰਦੇ ਨੇ, ਮੁੜ ਕੇ ਨਿਸ਼ਚਿੰਤ ਹੋ ਕੇ ਉਹ ਇੱਟਾਂ ਜੋ ਵੀ ਉਸਾਰੀ ਕਰਨੀ ਕਰਦੇ ਜਾਂਦੇ ਨੇ। ਇਸੇ ਪ੍ਰਕਾਰ ਕੁਝ ਜ਼ਿੰਦਗੀ ਦੇ ਵਿੱਚ ਸੂਤਰ ਹੁੰਦੇ ਨੇ, ਜਦੋਂ ਉਹਨਾਂ ਨੂੰ ਆਪਣੀ ਬੁੱਧ ਦੇ ਵਿੱਚ ਆਪਣੇ ਵਿਵਹਾਰ ਦੇ ਵਿੱਚ ਦ੍ਰਿੜ ਕਰ ਲਈਏ ਤਾਂ ਮੁੜ ਕੇ ਸਮੁੱਚੀ ਜ਼ਿੰਦਗੀ ਦੇ ਵਿੱਚ ਹੀ ਕਰਮ ਜਿਹੜੇ ਹਨ ਉਹ ਨਿਰਮਲ ਹੀ ਹੁੰਦੇ ਹਨ ਬੰਦੇ ਕੋਲ, ਕਿਉਂਕਿ ਉਹਨੇ ਸੂਤਰ ਪਕੜ ਲਿਆ
ਤੇ ਹੁਣ ਉਹਦੀ ਸੇਧ ਵਿੱਚ ਚੱਲ ਰਿਹਾ ਤਾਂ ਕਰਮ ਨਿਰਮਲ ਹੀ ਹੋਣਗੇ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸੰਗਤ ਕਰੀਐ ਸਾਧ ਕੀ। ਕਿਉਂਕਿ ਸਾਧ ਦੀ ਸੰਗਤ ਦਾ ਭਾਵ ਇਹ ਹੈ ਕਿ ਹੁਣ ਹੋ ਸਕਦਾ ਇਹਦੇ ਵਿੱਚ ਇੱਕ ਹੋਰ ਵੀ ਨੁਕਤਾ ਹੈ ਕਿ ਜਗਿਆਸੂ ਦਾ ਭਲਾ ਕਰਨ ਦੇ ਲਈ ਸੰਤ ਕੋਲੋਂ ਦੋ ਆਪਸ਼ਨਾਂ ਨੇ। ਜਾਂ ਤਾਂ ਜਗਿਆਸੂ ਨੂੰ ਆਪਣਾ ਸੰਤ ਰੂਪ ਦੇਖ ਕੇ ਨਵਾਜ਼ਿਸ਼ ਕਰ ਦੇ, ਪਰ ਉਹ ਇਹ ਗੱਲ ਉਦੋਂ ਕਰਦਾ ਹੈ ਜਦੋਂ ਕੋਈ ਬੰਦਾ ਬੜਾ ਅਵਗੁਣੀ ਹੈ, ਜਿਵੇਂ ਉਹਦਾ 100% ਭਾਂਡਾ ਹੀ ਪਾਪ ਨਾਲ ਭਰ ਗਿਆ ਹੈ, ਜਾਂ ਉਹਦਾ ਜੀਵਨ ਹੁਣ ਬਿਲਕੁਲ ਕਿਨਾਰੇ 'ਤੇ ਖ਼ਤਮ ਹੋਣ 'ਤੇ ਹੈ, ਪਰ ਉਹਦੀ ਕੋਈ ਹਿਰਦੇ ਦੀ ਬੇਨਤੀ ਬੜੇ ਵਿਸ਼ਵਾਸ ਵਾਲੀ ਹੈ, ਅਤੇ ਫਿਰ ਸੰਤ ਉਹਦੇ 'ਤੇ ਕਰੁਣਾ ਕਰਕੇ ਉਹਨੂੰ ਬਿਨਾਂ ਸਾਧਨਾ ਕੀਤੇ ਤੋਂ ਵੀ ਮੁਕਤ ਕਰ ਦਿੰਦਾ, ਕਿਉਂਕਿ ਉਹਦੇ ਅੰਦਰ ਦਇਆ ਦਾ ਇੱਕ ਵੱਡਾ ਆਲਮ ਚੱਲਦਾ ਹੈ। ਪਰ ਦੂਜਾ ਨੁਕਤਾ ਹੈ ਕਿ ਸੰਤ ਕਈ ਵਾਰੀ ਸਾਧ ਰੂਪ ਹੋ ਕੇ ਜਗਿਆਸੂ ਦੀ ਰਹਿਨੁਮਾਈ ਕਰਦਾ ਹੈ ਕਿ ਜੀਵਨ ਦੇ ਮਾਰਗ 'ਤੇ ਚੱਲਣਾ ਇਸ ਤਰ੍ਹਾਂ ਆਰੰਭ ਕਰ। ਕੋਈ ਜਗਿਆਸੂ ਕਿਸੇ ਮਹਾਤਮਾ ਦੇ ਕੋਲ, ਸਾਧੂ ਦੇ ਕੋਲ ਚਲਾ ਗਿਆ, ਕਹਿਣ ਲੱਗਾ ਕਿ ਮੈਂ ਸਮੁੱਚੇ ਜੀਵਨ ਦੀ ਸੁਚੱਜੀ ਕਾਰ ਸਿੱਖਣੀ ਹੈ। ਤਾਂ ਮਹਾਤਮਾ ਕਹਿਣ ਲੱਗਾ, ਤੇਰਾ ਸਵਾਗਤ ਹੈ, ਪਰ ਤੇਰੇ ਲਈ ਇਹ ਥਾਂ ਠੀਕ ਨਹੀਂ ਰਹੇਗੀ, ਕਿਉਂਕਿ ਮੈਂ ਨਗਰ ਤੋਂ ਬਾਹਰ ਹਾਂ, ਆਮ ਜਨ ਮਾਨਸ ਤੋਂ ਦੂਰੀ ਹੈ, ਪਦਾਰਥਾਂ ਤੋਂ ਮੇਰਾ ਕੋਈ ਬਹੁਤਾ ਵਾਹ ਵਾਸਤਾ ਨਹੀਂ, ਦੁਨਿਆਵੀ ਪ੍ਰਾਪਤੀਆਂ ਦੇ ਸਾਰੇ ਵਸੀਲੇ ਮੈਂ ਛੱਡ ਚੁੱਕਾ ਹਾਂ, ਇਸ ਕਰਕੇ ਤੇਰੇ ਤੇ ਮੇਰੇ ਜੀਵਨ ਦੀ ਤੋਰ ਬੜੀ ਉਲਟ ਹੈ, ਤੇਰੇ ਕੋਲ ਐਡੀ ਛੇਤੀ ਸਮਝ ਹੀ ਨਹੀਂ ਜਾਣੀ, ਤੂੰ ਕੋਈ ਹੋਰ ਮੁਰਸ਼ਿਦ ਚੁਣ ਲਿਆ, ਉਹ ਸ਼ਾਇਦ ਤੇਰੀ ਮਦਦ ਕਰ ਦੇ। ਉਹ ਕੁਝ ਦਿਨ ਸੋਚਦਾ ਰਿਹਾ, ਫਿਰ ਕਹਿਣ ਲੱਗਾ ਕਿ ਨਹੀਂ, ਮੈਂ ਆਪਣੇ ਆਪ ਨੂੰ ਤਿਆਰ ਕਰ ਲਿਆ। ਫਿਰ ਉਹ ਕਹਿਣ ਲੱਗਾ ਕਿ ਮੈਨੂੰ ਸਾਧਨਾ ਦੇ ਸੂਤਰ ਸਿਖਾਓ। ਤਾਂ ਉਸ ਸਾਧੂ ਨੇ ਕਿਹਾ ਕਿ ਮੇਰੇ ਆਸ਼ਰਮ ਦੇ ਵਿੱਚ ਨਹੀਂ ਰਹਿ ਕੇ ਸਿੱਖੇਂਗਾ, ਤੂੰ ਮੇਰੇ ਕੋਲ ਰੋਜ਼ਾਨਾ ਗਿਆਨ ਦਾ ਉਪਦੇਸ਼ ਲੈ ਕੇ ਜਾਇਆ ਕਰੇਂਗਾ ਅਤੇ ਰਹੇਂਗਾ ਆਮ ਸਮਾਜ ਦੇ ਵਿੱਚ। ਉਹਨਾਂ ਮੇਰੇ ਸੂਤਰਾਂ ਦਾ ਰੋਜ਼ਾਨਾ ਤੂੰ ਵਿਵਹਾਰ ਰੂਪ ਦੇ ਵਿੱਚ, ਸਾਧਨਾ ਰੂਪ ਦੇ ਵਿੱਚ ਪਾਲਣ ਕਰਨਾ ਹੈ, ਅਤੇ ਫਿਰ ਆਪਣੇ ਆਪ ਤੂੰ ਇਹ ਨਿਰਣਾ ਕਰਨਾ ਹੈ ਕਿ ਜਿਹੜੇ ਗਿਆਨ ਦੇ ਉਪਦੇਸ਼ ਮੈਂ ਤੈਨੂੰ ਦ੍ਰਿੜ ਕਰਾਵਾਂਗਾ, ਉਹ ਕਿੰਨਿਆਂ ਕੁ ਨੂੰ ਤੂੰ ਆਪਣੇ ਪੱਲੇ ਬੰਨ੍ਹ ਕੇ ਰੱਖ ਸਕਦਾ, ਇਹ ਤੇਰੀ ਸਾਧਨਾ ਹੈ। ਉਹ ਕਹਿਣ ਲੱਗਾ ਕਿ ਠੀਕ ਹੈ। ਉਹਨੇ ਪਹਿਲੇ ਦਫਾ ਉਹਨੂੰ ਉਪਦੇਸ਼ ਦਿੱਤਾ ਕਿ ਆਪਣੀ ਰਸਨਾ ਦਾ ਜਬਤ ਬਣਾਉਣਾ ਹੈ। ਰਸਨਾ ਦੇ ਜਬਤ ਦਾ ਭਾਵ ਨਾ ਵਿਅਰਥ ਬੋਲਣਾ ਹੈ, ਅਤੇ ਜੇ ਬੋਲਣਾ ਹੈ ਤਾਂ ਅਰਥ ਭਰਪੂਰ ਬੋਲਣਾ ਹੈ, ਕਿ ਭਾਵੇਂ 5 ਵਾਕ ਬੋਲ, 20 ਵਾਕ ਬੋਲ, ਪਰ ਹਰੇਕ ਵਾਕ ਦਾ ਇੱਕ ਉੱਚਾ ਅਰਥ ਹੋਣਾ ਚਾਹੀਦਾ ਕਿ ਜਿਸ ਅਰਥ ਨੂੰ ਜਾਣਨ ਦੇ ਨਾਲ ਆਪਣਾ ਵੀ ਹਿਰਦਾ ਟਿਕਿਆ ਰਹੇ ਅਤੇ ਦੂਜੇ ਨੂੰ ਵੀ ਕੋਈ ਨਾ ਕੋਈ ਗਿਆਨ ਦਾ ਜਾਂ ਰਸ ਦਾ ਲਾਭ ਪ੍ਰਾਪਤ ਹੋਵੇ। ਕਹਿੰਦਾ ਪਹਿਲਾਂ ਰਸਨਾ ਦਾ ਜਬਤ ਬਣਾਉਣਾ। ਪਹਿਲਾ ਉਪਦੇਸ਼ ਦੇ ਕੇ ਉਹਨੇ ਉਹਨੂੰ ਭੇਜ ਦਿੱਤਾ। ਸਮਾਜ ਦੇ ਵਿੱਚ ਵਿਚਰਦਾ ਰਿਹਾ, ਹਫ਼ਤਾ 10-15 ਦਿਨ, ਵਾਪਸ ਆਇਆ, ਆ ਕੇ ਨਿਰਣਾ ਕੀਤਾ। ਉਹ ਕਾਫੀ ਰੋਜ਼ ਲਿਖਦਾ ਸੀ। ਜਦੋਂ ਮਹਾਤਮਾ ਕੋਲੋਂ ਨਿਰਣਾ ਕਰਵਾਇਆ ਅਤੇ ਕਹਿਣ ਲੱਗਾ, ਦੇਖ ਸਾਧ ਜੀਵਨ ਇੱਥੋਂ ਹੀ ਕਿੰਨਾ ਔਖਾ ਹੈ ਕਿ ਤੂੰ 15 ਦਿਨਾਂ ਦੇ ਵਿੱਚ 50% ਤੱਕ ਵੀ ਆਪਣੀ ਰਸਨਾ ਦਾ ਜਬਤ ਨਹੀਂ ਰੱਖ ਸਕਿਆ। ਕਹਿੰਦਾ ਚੱਲ ਕੋਈ ਨਾ। ਦੂਜਾ ਉਪਦੇਸ਼ ਕਹਿੰਦਾ, ਇਸੇ ਪ੍ਰਕਾਰ ਹੁਣ ਤੈਨੂੰ ਮੈਂ ਆਪਣੀ ਅਗਲਾ ਸੂਤਰ ਦੱਸਦਾ, ਆਪਣੀ ਸੁਰਤ ਦੀ ਇਕਾਗਰਤਾ। ਸੁਰਤ ਦੀ ਇਕਾਗਰਤਾ ਦਾ ਮਤਲਬ ਕਿ ਸਮਝਣਾ ਕਿ ਅਕਾਲ ਪੁਰਖ ਇਸ ਸ੍ਰਿਸ਼ਟੀ ਦੇ ਹਰ ਇੱਕ ਕਣ ਵਿੱਚ ਰਮਿਆ ਹੈ। ਜਿਨ੍ਹੇ ਉਹਦੀ ਵਿਦਮਾਨਤਾ ਨੂੰ ਜਾਣ ਲਿਆ, ਉਹ ਧਰਮੀ ਹੋ ਗਿਆ, ਸੰਤ ਹੋ ਗਿਆ, ਉੱਤਮ ਹੋ ਗਿਆ। ਜਿਨ੍ਹੇ ਉਸ ਅਮੋਲਕ ਰਤਨ ਨੂੰ ਨਹੀਂ ਪਛਾਣਿਆ ਜਾਂ ਅਕਾਲ ਪੁਰਖ ਦੀ ਵਿਦਮਾਨਤਾ ਨੂੰ ਨਹੀਂ ਜਾਣਿਆ, ਉਹ ਅਵਗੁਣ ਗੁਨਾਹਾਂ ਵਾਲਾ। ਇਹ ਤੇਰੀ ਸੁਰਤ ਦੀ ਇਕਾਗਰਤਾ ਦਾ ਸੂਤਰ ਹੈ। ਫਿਰ ਚਲਿਆ ਗਿਆ। 15-20 ਦਿਨ ਬਤੀਤ ਕੀਤੇ। ਉਹ ਸਾਰਾ ਰੋਜ਼ਾਨਾ ਦਾ ਲਿਖਦਾ ਸੀ। ਫਿਰ ਵਾਪਸ ਆਇਆ ਤਾਂ ਇੱਥੇ ਪ੍ਰਕਾਰ ਫਿਰ ਜਦੋਂ ਮਹਾਤਮਾ ਨੇ ਉਹਦਾ ਸਾਰਾ ਦੇਖਿਆ, ਉਹ ਕਹਿਣ ਲੱਗਾ, ਤੇਰੀ ਸੁਰਤ ਹੈ ਤਾਂ ਚੇਤਨ, ਪਰ ਇਕਾਗਰਤਾ ਵਾਲੀ ਨਹੀਂ ਹੈ। ਕਹਿਣ ਲੱਗਾ ਕਿ ਕਿਵੇਂ? ਕਹਿੰਦਾ, ਤੂੰ ਜੀਵਾਂ ਨੂੰ ਦੇਖਿਆ, ਉਹਨਾਂ ਦਾ ਵਿਵਹਾਰ ਜਾਂਚਿਆ, ਪਰ ਉਹਨਾਂ ਦੇ ਵਿਵਹਾਰ ਨੂੰ ਬਾਹਰੀ ਤੌਰ 'ਤੇ ਜਾਂਚਿਆ, ਅਤੇ ਉਹਨਾਂ ਦੇ ਵਿਵਹਾਰ ਨੂੰ ਜਾਂਚਦਿਆਂ ਤੈਨੂੰ ਆਪਣੇ ਅੰਦਰ ਦੀ ਕੋਈ ਸੂਝ ਨਹੀਂ ਪੈਦਾ ਹੋਈ। ਇਸ ਕਰਕੇ ਤੇਰੀ ਸੁਰਤ ਅਜੇ ਵਖਾਟ ਦੇ ਵਿੱਚ ਹੈ ਕਿ ਇਹ ਚੀਜ਼ ਦੇ ਸਮੁੱਚ ਨੂੰ ਗ੍ਰਹਿਣ ਨਹੀਂ ਕਰਦੀ, ਇਹ ਉਹਦੇ ਅੱਧੇ ਪੱਖ ਗ੍ਰਹਿਣ ਕਰਦੀ ਹੈ, ਗੁਣਾਂ ਵਾਲੇ ਅਵਗੁਣ ਵਾਲੇ ਛੱਡ ਦਿੰਦੀ ਹੈ। ਇਸ ਕਰਕੇ ਤੇਰੀ ਸੁਰਤ ਦੀ ਇਕਾਗਰਤਾ ਵੀ ਕਹਿੰਦਾ ਭੰਗ ਹੈ। ਫਿਰ ਉਹਨੇ ਤੀਜਾ ਸੂਤਰ ਦੱਸਿਆ। ਕਹਿਣ ਲੱਗਾ ਕਿ ਆਤਮ ਸੰਜਮ ਬਣਾ ਕੇ ਰੱਖਣਾ ਹੈ ਆਪਣੇ ਜੀਵਨ ਦੇ ਵਿੱਚ। ਆਤਮ ਸੰਜਮ ਦਾ ਉਹਨੇ ਢੰਗ ਸਿਖਾਇਆ ਕਿ ਜਦੋਂ ਤੇਰਾ ਨੇਤਰ ਕੁਝ ਦੇਖਣ ਦੀ ਮੰਗ ਕਰਨ, ਤੂੰ ਆਪਣੇ ਮਨ 'ਤੇ ਜ਼ੋਰ ਪਾ ਕੇ ਫੁਰਨਾ ਕੱਢ ਦੇਣਾ
ਆਪਣੇ ਨੇਤਰਾਂ ਨੂੰ ਬੰਦ ਰੱਖਣਾ ਹੈ। ਜਦੋਂ ਤੇਰੇ ਸ਼ਰਵਣ ਕਿਸੇ ਗਲਤ ਸੁਣਨ ਦੀ ਮੰਗ ਕਰਨ, ਮਨ ਦਾ ਫੁਰਨਾ ਸ਼ਾਂਤ ਕਰਕੇ ਤੇ ਆਪਣਾ ਸੁਣਨਾ ਬੰਦ ਕਰਨਾ ਹੈ। ਉਹ ਸਾਰੇ ਜੀਵਨ ਬਾਰੇ, ਸਾਰੇ ਸਰੀਰ ਬਾਰੇ ਚਲਾ ਗਿਆ। ਬੜੇ ਦਿਨਾਂ ਬਾਅਦ ਪਰਤ ਕੇ ਆਇਆ। ਮਹਾਤਮਾ ਕਹਿਣ ਲੱਗਾ ਕਿ ਤੇਰਾ ਤਾਂ ਆਤਮ ਸੰਜਮ ਵੀ ਜਿਹੜਾ ਹੈ ਬਹੁਤਾ ਪਾਏਦਾਰ ਨਹੀਂ ਹੈ। ਫਿਰ ਇਸ ਤਰ੍ਹਾਂ ਉਹਨੇ ਬੜੇ ਸੂਤਰ ਦੱਸੇ, ਇੱਕ ਪੂਰੀ ਗਾਥਾ ਮਿਲਦੀ ਹੈ। ਜਦੋਂ ਬੜੇ ਸੂਤਰ ਦੱਸੇ, ਆਖਰ ਹੌਲੀ ਹੌਲੀ ਸਮਾਂ ਵੀ ਬੀਤਦਾ ਜਾ ਰਿਹਾ ਸੀ। 4-5 ਸਾਲ ਦਾ ਸਮਾਂ ਬਤੀਤ ਹੋ ਗਿਆ। ਆਖਰ ਉਹ ਜਗਿਆਸੂ ਇੱਕ ਦਿਨ ਬੜਾ ਨਿਰਾਸ਼ ਕਿ ਇਸ ਮਹਾਤਮਾ ਨੇ ਇੰਨੇ ਕੀਮਤੀ ਸੂਤਰ ਮੈਨੂੰ ਦੱਸੇ, ਸਮਝਾਏ ਵੀ, ਉਹਨਾਂ ਦਾ ਢੰਗ ਵੀ ਸਿਖਾਇਆ, ਪਰ ਮੇਰੀ ਮਾੜੀ ਕਿਸਮਤ ਕਿ ਮੈਂ ਇਹਨਾਂ ਨੂੰ ਪ੍ਰਯੋਗ ਵਿੱਚ ਨਹੀਂ ਆ ਰਹੇ। ਮੇਰੇ ਕੋਲ 40-50% ਹੀ ਆਉਂਦੇ ਨੇ, ਸਮੁੱਚਾ ਪ੍ਰਯੋਗ ਦੇ ਵਿੱਚ ਨਹੀਂ ਆ ਰਹੇ। ਬੜਾ ਨਿਰਾਸ਼ ਬੈਠਾ ਸੀ। ਮਹਾਤਮਾ ਕਿਤੇ ਗਿਆ ਹੋਇਆ ਸੀ, ਵਾਪਸ ਆਇਆ ਅਤੇ ਉਹਦੇ ਨਾਲ ਇੱਕ ਹੋਰ ਉਹਦਾ ਚੇਲਾ ਸੀ। ਜਦੋਂ ਉਹ ਚੇਲਾ ਆਇਆ ਤਾਂ ਉਹ ਦੋਵੇਂ ਬੜੇ ਪ੍ਰਸੰਨ ਸਨ। ਮਹਾਤਮਾ ਦਾ ਜਿਹੜਾ ਚੇਲਾ ਉਹਦਾ ਨਾਲ ਆਇਆ, ਇੱਕ ਜਿਹੜਾ ਪਹਿਲਾਂ ਬੈਠਾ ਸੀ ਨਿਰਾਸ਼। ਮਹਾਤਮਾ ਨੇ ਆ ਕੇ ਪੁੱਛਿਆ ਕਿ ਨਿਰਾਸ਼ ਕਿਸ ਗੱਲ ਤੋਂ ਬੈਠਾ ਹੈ? ਕਹਿਣ ਲੱਗਾ, ਜੀ ਮੈਂ ਅੱਜ ਆਪਣੇ ਸਾਰੇ ਜੀਵਨ ਦੀ ਵਿਚਾਰ ਕੀਤੀ ਜਦੋਂ ਤੋਂ ਤੁਹਾਡੇ ਕੋਲ ਆਇਆ। 3-4 ਸਾਲ ਦਾ ਮੈਨੂੰ ਸਮਾਂ ਹੋ ਗਿਆ ਹੈ। ਪਤਾ ਨਹੀਂ ਕਿੰਨੇ ਗਿਆਨ ਦੇ ਸੂਤਰ ਤੁਸੀਂ ਮੈਨੂੰ ਦੱਸੇ ਨੇ, ਉਹਨਾਂ ਦੀ ਸਾਧਨਾ ਕਰਨ ਦਾ ਢੰਗ ਵੀ ਦੱਸਿਆ ਹੈ, ਨਾਲ ਨਾਲ ਤੁਸੀਂ ਮੇਰਾ ਮੁਲਾਂਕਣ ਵੀ ਕਰਦੇ ਰਹੇ ਹੋ। ਨਿਰਾਸ਼ ਇਸ ਗੱਲ ਤੋਂ ਕਿ ਇੰਨੇ ਚਿਰ ਦੀ ਸਾਧਨਾ ਕਰਨ ਦੇ ਬਾਵਜੂਦ ਮੇਰੇ ਸਮੁੱਚੇ ਜੀਵਨ 'ਚ ਤੁਹਾਡੇ ਗਿਆਨ ਦੇ ਸੂਤਰਾਂ ਦਾ ਪ੍ਰਯੋਗ ਪੂਰੀ ਤਰ੍ਹਾਂ ਸੰਭਵ ਨਹੀਂ ਹੋ ਸਕਿਆ। ਮੇਰਾ ਕਰਮ ਤੁਹਾਡੇ ਦੱਸੇ ਸੂਤਰਾਂ ਅਨੁਸਾਰ ਪੂਰੀ ਤਰ੍ਹਾਂ ਨਹੀਂ ਢਲ ਸਕਿਆ। ਇਸ ਗੱਲ ਨੂੰ ਵਿਚਾਰ ਕੇ ਨਿਰਾਸ਼ ਹਾਂ। ਤਾਂ ਮਹਾਤਮਾ ਕਹਿਣ ਲੱਗਾ ਕਿ ਆਹ ਜਿਹੜਾ ਮੇਰੇ ਨਾਲ ਮੇਰਾ ਚੇਲਾ ਆਇਆ ਹੈ, ਇਹ ਵੀ ਕਿਸੇ ਸਮੇਂ ਤੇਰੇ ਵਾਂਗ ਚਿੰਤਾ ਤੁਰ ਸੀ ਕਿ ਮੈਂ ਗਿਆਨ ਦੇ ਉਪਦੇਸ਼ ਜਾਣ ਲਏ ਨੇ, ਪਰ ਮੇਰੇ ਕਰਮ 'ਚ ਨਹੀਂ ਪਲਟ ਰਹੇ। ਤਾਂ ਮਹਾਤਮਾ ਕਹਿਣ ਲੱਗਾ ਕਿ ਹੁਣ ਜਿਸ ਨਗਰ ਵਿੱਚੋਂ ਤੂੰ ਆਇਆ, ਪਹਿਲੇ ਨੁਕਤੇ ਤੋਂ ਇਹ ਵਾਚ ਕਿ ਜਿੰਨੇ ਉਸ ਨਗਰ ਦੇ ਵਿੱਚ ਲੋਕ ਵਾਸ ਕਰ ਰਹੇ ਨੇ, ਜਿੰਨੀ ਜੀਵਨ ਦੀ 3-4 ਸਾਲ ਸੋਝੀ ਆ ਕੇ ਤੈਨੂੰ ਇੱਥੇ ਹੋ ਗਈ ਹੈ, ਅਤੇ ਉਹ ਸੋਝੀ ਹੋਰ ਕਿਸੇ ਸ਼ਖਸ ਨੂੰ ਹੈ? ਕਹਿਣ ਲੱਗਾ ਨਹੀਂ। ਕਹਿੰਦਾ ਇਹ ਪਹਿਲੀ ਗੱਲ। ਦੂਜੀ ਗੱਲ ਕਹਿੰਦਾ ਕਿ ਹੁਣ ਜਦੋਂ ਤੈਨੂੰ ਗਿਆਨ ਦੇ ਮਾਰਗ ਦਾ ਪਤਾ ਲੱਗ ਗਿਆ, ਗਿਆਨ ਦੇ ਸੂਤਰਾਂ ਦਾ, ਤਾਂ ਤੇਰੀ ਜਿਹੜੀ ਜੀਵਨ ਦੀ ਸਭ ਤੋਂ ਵੱਡੀ ਚੇਸ਼ਟਾ ਉਹ ਕੀ ਰਹਿੰਦੀ ਹੈ? ਕਹਿੰਦਾ ਮੇਰੇ ਜੀਵਨ ਦੀ ਚੇਸ਼ਟਾ, ਮੇਰਾ ਯਤਨ ਇਹ ਰਹਿੰਦਾ ਹੈ ਕਿ ਮੈਂ ਜਿਹੜਾ ਵੀ ਗਿਆਨ ਦੇ ਸੂਤਰ ਸਿੱਖੇ ਨੇ ਵੱਧ ਤੋਂ ਵੱਧ ਮੇਰੇ ਕਰਮ 'ਚ ਢਲ ਜਾਣੇ। ਉਹ ਫਿਰ ਕਹਿਣ ਲੱਗਾ ਕਿ ਇਹਦਾ ਭਾਵ ਇਹ ਹੋਇਆ ਕਿ ਹੁਣ ਤੇਰੇ ਜੀਵਨ 'ਚ ਜਿਹੜੀ ਕਰਮਸ਼ੀਲਤਾ ਹੈ, ਜਿਹਦਾ ਪਹਿਲਾਂ ਕੋਈ ਦਿਸ਼ਾ ਨਹੀਂ ਸੀ, ਹੁਣ ਇੱਕ ਤੈਨੂੰ ਖਾਸ ਦਿਸ਼ਾ ਮਿਲ ਗਈ ਹੈ। ਭਾਵੇਂ ਤੇਰਾ ਯਤਨ ਥੋੜ੍ਹਾ ਹੈ, ਪਰ ਹੈ ਇੱਕ ਠੀਕ ਦਿਸ਼ਾ ਵੱਲ। ਕਹਿੰਦਾ ਦੂਜਾ ਨੁਕਤਾ। ਤੀਜਾ ਨੁਕਤਾ ਕਹਿੰਦਾ ਜਿਹੜੀ ਤੇਰੇ ਅੰਦਰ ਨਿਰਾਸ਼ਾ ਪੈਦਾ ਹੋਈ ਕਿ ਮੈਂ ਇਹਦੇ ਅਨੁਸਾਰ ਕਿਉਂ ਨਹੀਂ ਹੋ ਸਕਿਆ, ਕਹਿੰਦਾ ਆਪਣੇ ਜੀਵਨ ਦੇ ਜਿਤਨੇ ਵੀ ਤਪੱਖ ਨੇ ਉਹਨਾਂ ਸਾਰਿਆਂ ਨੂੰ ਵਾਚ ਕੇ ਆਪਣੇ ਆਪ ਨਿਰਣਾ ਕਰਕੇ ਕਿੰਨਾ ਕੁ ਤੂੰ ਪਵਿੱਤਰ ਸਮਝਦਾ ਆਪਣੇ ਆਪ ਨੂੰ ਜਦੋਂ ਤੂੰ ਆਉਣਾ ਆਰੰਭ ਹੋਇਆ। ਤਾਂ ਉਹ ਕਹਿਣ ਲੱਗਾ ਜੀਵਨ ਦੇ ਵਿੱਚ ਅੱਧਾ ਕੁ ਪਵਿੱਤਰ ਹਾਂ। ਕਹਿੰਦਾ ਜੇ ਜੀਵਨ ਦੇ ਇਸ ਪੜਾਅ 'ਤੇ ਆ ਕੇ ਤੂੰ ਆਪਣੇ ਆਪ ਨੂੰ ਅੱਧਾ ਪਵਿੱਤਰ ਮੰਨਦਾ ਹੈ ਅਤੇ ਅਜੇ ਤਾਂ ਤੇਰੇ ਕੋਲੋਂ ਬੜਾ ਸਮਾਂ ਪਿਆ ਸਾਧਨਾ ਕਰਨ ਦਾ, ਤੂੰ ਸਮੁੱਚਾ ਹੀ ਨਿਰਮਲ ਹੋ ਸਕਦਾ। ਇਸ ਕਰਕੇ ਫਿਰ ਮਹਾਤਮਾ ਨੇ ਉਹਦੀ ਸਾਰੀ ਜਿਹੜੀ ਨਿਰਾਸ਼ਾ ਸੀ ਉਹਦਾ ਨਿਵਾਰਨ ਕਰ ਦਿੱਤਾ। ਕਬੀਰ ਸੰਗਤ ਕਰੀਐ ਸਾਧ ਕੀ। ਹੁਣ ਸ਼ਾਇਦ ਆਪ ਜੀ ਇਤਿਹਾਸ ਦੇ ਪ੍ਰਮਾਣਾਂ ਤੋਂ ਜਾਣੂ ਹੋਵੋ ਕਿ ਸੰਗਤ ਕਰੀਏ ਸਾਧਕੀ ਦਾ ਭਾਵ ਕਿ ਮਹਾਤਮਾ ਬੁੱਧ ਇੱਕ ਦਫਾ ਉਹਨਾਂ ਦੀ ਮਹਾਂਕਰੁਣਾ ਬਾਰੇ ਬੜਾ ਕਮਾਲ ਦਾ ਜ਼ਿਕਰ ਮਿਲਦਾ, ਸ਼ਾਇਦ ਆਪ ਜੀ ਨੇ ਜਾਣਦੇ ਹੋਵੋ। ਅੰਗੁਲੀਮਾਲ ਇੱਕ ਬਹੁਤ ਵੱਡਾ ਜਿਹੜਾ ਸੀ ਅਪਰਾਧੀ ਸੀ। ਜੰਗਲ ਦੇ ਵਿੱਚ ਜਿਹੜਾ ਕੋਈ ਜਾਂਦਾ ਸੀ, ਵੈਸੇ ਮਨੁੱਖਾਂ ਨੇ ਘ੍ਰਿਣਾ ਕਰ ਕਰਕੇ ਉਹਨੂੰ ਹੈਵਾਨ ਦਾਨਵ ਬਣਾ ਦਿੱਤਾ ਸੀ ਅਤੇ ਜੰਗਲ ਵਿੱਚ ਰਹਿਣ ਲੱਗ ਪਿਆ। ਜਿਹੜਾ ਕੋਈ ਮਨੁੱਖ ਉਹਨੂੰ ਆਮ ਸੱਭਿਅਕ ਜਾਂ ਆਮ ਸਮਾਜ ਵਿੱਚ ਜਿਉਣ ਵਾਲਾ ਨਜ਼ਰ ਆਉਂਦਾ ਸੀ, ਉਸ ਨੂੰ ਕਤਲ ਕਰਕੇ ਅਤੇ ਉਹਦੀ ਇੱਕ ਪਹਿਲੀ ਉਂਗਲੀ ਕੱਟ ਕੇ ਆਪਣੇ ਗਲ ਦੇ ਵਿੱਚ ਹਾਰ ਬਣਾ ਕੇ ਪਾ ਲੈਂਦਾ ਸੀ। ਪਤਾ ਨਹੀਂ ਕਿੰਨਿਆਂ ਮਨੁੱਖਾਂ ਦਾ ਇਉਂ ਕਰ ਬੈਠਾ ਸੀ। ਜਦੋਂ ਮਹਾਤਮਾ ਬੁੱਧ ਇੱਕ ਦਫਾ ਉਸ ਨਗਰ ਦੇ ਵਿੱਚੋਂ ਲੰਘ ਰਹੇ ਤਾਂ ਉੱਥੇ ਜ਼ਿਕਰ ਮਿਲਿਆ ਕਿ ਇਸ ਨੇੜੇ ਜੰਗਲ ਦੇ ਵਿੱਚ ਅੰਗੁਲੀਮਾਲ ਰਹਿੰਦਾ। ਤਾਂ ਮਹਾਤਮਾ ਬੁੱਧ ਨੇ ਉਹਦਾ ਜ਼ਿਕਰ ਸਾਰਾ ਸੁਣਿਆ ਅਤੇ ਉਹਨਾਂ ਦੇ ਮਨ 'ਚ ਆਇਆ ਕਿ ਨਹੀਂ, ਇਹਨੂੰ ਉਭਾਰਨਾ ਚਾਹੀਦਾ ਇਸ ਹਵਾਨ ਪੁਣੇ ਤੋਂ, ਇਸ ਅਪਰਾਧੀ ਪੁਣੇ ਤੋਂ। ਉਹ ਜੰਗਲ ਦੇ ਵਿੱਚ ਜਦੋਂ ਵੜਨਾ ਸ਼ੁਰੂ ਹੋਏ, ਬੜੇ ਉੱਥੋਂ ਦੇ ਲੋਕਾਂ ਨੇ ਰੋਕਿਆ ਕਿ ਅਜੇ ਤੱਕ ਉਹਨੇ ਬੜੇ ਵੱਡੇ ਮਨੁੱਖਾਂ ਨੂੰ ਮਾਰ ਛੱਡਿਆ ਹੈ ਅਤੇ ਤੁਸੀਂ ਨਾ ਜਾਓ, ਤੁਹਾਡਾ ਜੀਵਨ ਬੜਾ ਕੀਮਤੀ ਹੈ। ਮਹਾਤਮਾ ਬੁੱਧ ਦੇ ਨਾਲ ਕਹਿੰਦੇ ਜਿਹੜੇ 2-3 ਉਹਨਾਂ ਦੇ ਸ਼ਿਸ਼ ਸਨ, ਉਹ ਵੀ ਜੰਗਲ ਦੇ ਬਾਹਰ ਹੀ ਰਹਿ ਗਏ ਡਰਦੇ ਮਾਰੇ।
आखिर महात्मा बुद्ध जंगल के अंदर चले गए। जदों अंगुलीमाल ने देखा, अंगुलीमाल ने अपना छुरा उठाया। जातक कथावां दे विच जिक्र मिलदा है कि महात्मा बुद्ध ने इन्नी प्रेम दी, इन्नी अपणत दी नगाह दे नाल उहनूं देखिया कि अंगुलीमाल महात्मा बुद्ध का सामना नहीं कर सकिया, तो अपना छुरा छड्ड के ते दूजी तरफ मुख करके खलो गया। मतलब जिहड़ा साध पुरुष हुंदा है वो अपनी जिंदगी दे विच बंदगी दे धन नाल अपने आप नूं इन्ना वो समर्था वाला कर लैंदा है कि उहदी जिहड़ी पवित्र नज़र है, जिहड़ी नज़र गुनाहां नूं धोण दे समर्थ हुंदी है, ਉਹਦਾ सामना नहीं कर सकिया। फिर दोबारा जदों उन्हें महात्मा बुद्ध के कहण ते मुख परतिया, साधकी का भाव बरीकी नाल देखना इस वाक विच किन्ना है। महात्मा बुद्ध ने कहा, ये नहीं क्या कि तू अपराधी है, तू इन्ने बंदे मारते ने। महात्मा बुद्ध कहण लगे, अंगुलीमाल तू ऐसा तो नहीं सी। बस यही एक वाक कहा महात्मा बुद्ध ने कि तू ऐसा तो नहीं सी। इन्ने वाक कहण दी सी ਜਿਹੜਾ ਇੰਨੇ ਮਨੁੱਖਾਂ ਦਾ ਕਤਲ ਕਰਨ ਵਾਲਾ ਅੰਗੁਲੀਮਾਲ ਜਾਰੋ ਜਾਰ ਰੋਣ ਲੱਗ ਪਿਆ ਤੇ ਮਹਾਤਮਾ ਬੁੱਧ ਦੇ ਚਰਨਾਂ ਤੇ ਡਿੱਗ ਪਿਆ ਤੇ ਕਹਿਣ ਲੱਗਾ, ਮੇਰੇ ਕੋਲ ਜ਼ਿੰਦਗੀ ਭਰ ਬੜੇ ਗੁਨਾਹ ਹੋਏ ਨੇ, ਬੜਿਆਂ ਦਾ ਮੈਂ ਕਤਲ ਕੀਤਾ ਹੈ। ਤੁਸੀਂ ਇੱਕ ਪਹਿਲੇ ਹੋ ਜਿਨ੍ਹਾਂ ਨੇ ਮੇਰੇ ਅੰਦਰ ਦੇ ਪਏ ਹੋਏ ਕਿਸੇ ਦੇਵਤੇਪਣ ਦੇ ਛੋਟੇ ਅੰਸ਼ ਨੂੰ ਜਗਾਇਆ ਹੈ, ਪਰ ਜਿਹੜਾ ਤੁਸੀਂ ਦੇਵਤਾਪਣ ਜਗਾਇਆ ਹੈ ਇਹ ਮੇਰੇ ਦੈਂਤ ਪੁਣੇ ਦੇ ਸਾਹਮਣੇ ਬੜਾ ਛੋਟਾ, ਤੇ ਮੇਰੇ ਦੈਂਤ ਪੁਣੇ ਦਾ ਭਾਰ ਹੁਣ ਕੌਣ ਨਿਵਾਰੇਗਾ। तो महात्मा बुद्ध ने कहा कि तू संघ की शरण दे विच आरियां सच्चाइयां नूं धारण कर कि तेरा जीवन दैंत पुण दे बोझ तो भी मुक्त हो जाएगा। कबीर संगत करिए साधकी। की वाक कहा। हुण साधकी का भाव की है। हुण उदाहरण के तौर पर कथा दे विच रोज़ाना हज़ारां गल्लां असीं सुणदे हैं। जरूरी थोड़ा सारियां गल्लां असीं ये सच कह के मन लईए, बड़ियां तो इनकारी भी हुंदे हैं। पर जदों कोई साध पुरख गल कहंदा है, क्योंकि ਉਹਦੇ ਵਿੱਚ ਉਹਦਾ ਕੱਲਾ ਗਿਆਨ ਨਹੀਂ ਹੁੰਦਾ। ਹੁਣ ਮੈਂ ਬੋਲ ਰਿਹਾ, ਇਹਦੇ ਵਿੱਚ ਕੱਲਾ ਗਿਆਨ ਸ਼ਾਮਲ ਹੈ। ਜਦੋਂ ਸਾਧ ਪੁਰਖ ਬੋਲਦਾ ਹੈ ਤੇ ਉਹਦੇ ਵਿੱਚ ਇੱਕ ਆਦਰਸ਼ ਹੁੰਦਾ ਹੈ, ਉਹਦੇ ਵਿੱਚ ਗਿਆਨ ਵੀ ਹੁੰਦਾ ਹੈ, ਉਹਦੇ ਵਿੱਚ ਉਹਦੀ ਬੰਦਗੀ ਵੀ ਹੁੰਦੀ ਹੈ, ਤੇ ਉਹਦੇ ਵਿੱਚ ਉਹਦੀ ਪਰਉਪਕਾਰ ਦੀ ਭਾਵਨਾ ਵੀ ਸ਼ਾਮਲ ਹੁੰਦੀ ਹੈ, ਤੇ ਉਹਦੇ ਵਿੱਚ ਹੁਕਮ ਦੀ ਉਚੇਰੀ ਸੂਝ ਵੀ ਸ਼ਾਮਲ ਹੁੰਦੀ ਹੈ। ਕਿਉਂਕਿ ਸਾਧ ਪੁਰਖ ਹਰੇਕ ਨੂੰ ਥੋੜ੍ਹਾ ਨਵਾਜ਼ਦਾ ਹੈ। ਉਹਨੂੰ ਹੁਕਮ ਦੇ ਵਿੱਚ ਸੋਝੀ ਆ ਗਈ ਕਿ ਇਸ ਜੀਵ ਨੂੰ ਉਭਾਰ ਦੇਣਾ ਹੈ। ਫਿਰ ਉਹ ਆਪਣੇ ਗਿਆਨ ਨੂੰ ਉਹਦੇ ਹਿਸਾਬ ਨਾਲ ਕੀ ਕਰਦਾ, ਫਿਰ ਉਹ ਆਪਣੇ ਬੰਦਗੀ ਦੇ ਤੇਜ ਨਾਲ ਉਹਦੇ ਬੋਲ ਫਿਰ ਐਸੇ ਹੋ ਜਾਂਦੇ ਹਨ ਜਿਹੜੇ ਆਮ ਨਹੀਂ ਰਹਿ ਜਾਂਦੇ। ਉਹ ਵਾਕ ਤਾਂ ਅਸੀਂ ਵੀ ਕਹਿ ਸਕਦੇ ਹਾਂ ਕਿ ਤੂੰ ਐਸਾ ਨਹੀਂ ਸੀ। ਚਲਦੀ ਅਸੀਂ ਅੱਜ ਜੇਲ੍ਹ ਦੇ ਵਿੱਚ ਤੇ ਬੜਾ ਥੋੜ੍ਹਾ ਜਿਹਾ ਭੋਲਾ ਜਿਹਾ ਮੂੰਹ ਬਣਾ ਕੇ ਕਿਸੇ ਅਪਰਾਧੀ ਨੂੰ ਕਹਿ ਦਈਏ ਕਿ ਤੂੰ ਐਸਾ ਤਾਂ ਨਹੀਂ ਸੀ, ਉਹ ਕਹੇਗਾ ਜਾਂ ਚੱਲਦਾ ਬਣ ਅੱਗੇ, ਉਹਨੂੰ ਪਤਾ ਕਿ ਜਿਵੇਂ ਦੇ ਅਸੀਂ ਹਾਂ। ਪਰ ਮਹਾਤਮਾ ਬੁੱਧ ਨੇ ਜਦੋਂ ਕਿਹਾ ਹੈ ਤੇ ਉਹ ਸਾਧ ਜੀਵਨ ਹੈ ਜਿਹੜਾ ਦੂਜੇ ਨੂੰ ਨਿਵਾ ਸਕਦਾ ਹੈ। ਇਸੇ ਪ੍ਰਕਾਰ ਗੁਰੂ ਨਾਨਕ ਸਾਹਿਬ ਦੇ ਜੀਵਨ 'ਚ ਆਪ ਜੀ ਜਾਣਦੇ ਹੋ, ਕੌਡਾ ਭੀਲ ਬੜਾ ਦੈਂਤੀ ਜੀਵਨ ਜਿਉਣ ਵਾਲਾ ਬਣ ਚੁੱਕਾ ਸੀ, ਤੇ ਗੁਰੂ ਸਾਹਿਬ ਜੀ ਨੇ ਕੌਤਕ ਰਾਜੇ ਪਹਿਲਾਂ ਉਹਦੇ ਸੰਕਟ ਵਿੱਚ ਭਾਈ ਮਰਦਾਨਾ ਜੀ ਨੂੰ ਪਾਇਆ, ਫਿਰ ਆਪ ਗਏ ਤੇ ਫਿਰ ਉਹਨੂੰ ਸਾਰੇ ਦੈਂਤ ਪੁਣੇ ਦੇ ਕਰਮ ਤੋਂ ਉਭਾਰੇ। ਸਿੱਖ ਇਤਿਹਾਸ 'ਚ ਇੱਕ ਬੜਾ ਕਮਾਲ ਦਾ ਪ੍ਰਮਾਣ ਮਿਲਦਾ। ਮੈਂ ਜਦ ਸਵੇਰੇ ਦੇਖ ਰਿਹਾ ਸਾਂ, ਸ਼ਾਇਦ ਆਪ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਅਨੰਨ ਸਿੱਖ ਬਾਬਾ ਬਿਧੀ ਚੰਦ ਜੀ ਬਾਰੇ ਜਾਣਦੇ ਹੋਵੋ। ਉਹਨਾਂ ਦਾ ਪਹਿਲਾ ਜੀਵਨ ਚੋਰ ਵਾਲਾ ਸੀ। ਕਿਸੇ ਨਗਰ ਦੇ ਵਿੱਚੋਂ ਜਿਹੜੇ ਸਨ ਉਹ ਮੱਝਾਂ ਚੋਰੀ ਕਰ ਲਿਆਏ, ਤੇ ਜਦੋਂ ਮੱਝਾਂ ਚੋਰੀ ਕਰ ਲਿਆਏ ਤੇ ਕਿਸਾਨ ਉਹ ਜਿਹੜੇ ਮਾਲਕ ਸਨ ਮੱਝਾਂ ਦੇ ਮਗਰ ਭੱਜੇ। ਚਲਦੇ ਚਲਦੇ ਸਰਾਲੀ ਦੇ ਨੇੜੇ ਬਾਬਾ ਅਦਲੀ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਿੱਖ ਬੈਠੇ ਹੋਏ ਸਨ। ਉਹਨਾਂ ਦੇ ਕੋਲ ਆ ਗਏ ਤੇ ਕਹਿਣ ਲੱਗੇ, ਜੀ ਸਾਡੇ ਮਗਰ ਕਿਸਾਨ ਲੱਗੇ ਹੋਏ ਨੇ, ਪਕੜੇ ਜਾਵਾਂਗੇ, ਮਾਰੇ ਜਾਵਾਂਗੇ, ਅੱਜ ਸਾਨੂੰ ਬਚਾ ਲਓ। ਬਾਬਾ ਅਦਲੀ ਜੀ ਕਹਿਣ ਲੱਗੇ, ਠੀਕ ਹੈ, ਤੂੰ ਆ ਨੇੜੇ ਬੈਠ ਜਾ। ਮਾਲਾ ਚਲਾਉਣ ਲੱਗ ਪਏ, ਅੱਖਾਂ ਮੀਟ ਲੈ, ਗੁਰੂ ਪਰਮੇਸ਼ਰ ਆਪ ਰੱਖਿਆ ਕਰੇਗਾ। ਜਦੋਂ ਇਸੇ ਪ੍ਰਕਾਰ ਆਏ ਤੇ ਮਹਾਤਮਾ ਬਾਬਾ ਅਦਲੀ ਜੀ ਦੀ ਸੰਗਤ ਕਰਨ ਕਰਕੇ ਉਹ ਇਤਿਹਾਸ ਜ਼ਿਕਰ ਮਿਲਦਾ ਕਿ ਉਹ ਨਜ਼ਰ ਹੀ ਨਹੀਂ ਆਏ ਬਾਬਾ ਬਿਧੀ ਚੰਦ ਜੀ ਉਹਨਾਂ ਨੂੰ। ਤਾਂ ਇਸੇ ਪ੍ਰਕਾਰ ਜਦੋਂ ਕਿਸਾਨ ਬਾਬਾ ਅਦਲੀ ਜੀ ਨੂੰ ਪੁੱਛ ਪੱਛ ਕੇ ਚਲੇ ਗਏ, ਤਾਂ ਫਿਰ ਜਦੋਂ ਉਹ ਦੁਬਾਰਾ ਸਾਰੀ ਸਥਿਤੀ ਆਮ ਵਰਗੀ ਹੋਈ, ਤਾਂ ਬਾਬਾ ਬਿਧੀ ਚੰਦ ਜੀ ਨੇ ਬੜਾ ਧੰਨਵਾਦ ਕੀਤਾ ਬਾਬਾ ਅਦਲੀ ਜੀ ਦਾ ਕਿ ਤੁਸੀਂ ਮੈਨੂੰ ਬਚਾ ਲਿਆ। ਤਾਂ ਬਾਬਾ ਅਦਲੀ ਜੀ ਨੇ ਕਿਹਾ ਕਿ ਜਿਸ ਗੁਰੂ ਦੇ ਵਿਸ਼ਵਾਸ ਸਦਕਾ ਤੇਰੀ ਰੱਖਿਆ ਹੋਈ ਹੈ, ਜੇ ਉਹਦਾ ਸਿੱਖ ਬਣ ਕੇ ਦੁਬਾਰਾ ਜੀਵਨ ਜੀਏਂਗਾ ਠੀਕ ਹੈ, ਨਹੀਂ ਤਾਂ ਤੈਨੂੰ ਹੋ ਸਕਦਾ ਬੜੀ ਭਾਰੀ ਮਾਰ ਸਹਿਣੀ ਪਏ। ਫਿਰ ਦੇਖੋ ਇੱਕ ਬਾਬਾ ਅਦਲੀ ਜੀ ਦੀ ਸੰਗਤ ਕਰਕੇ ਬਾਬਾ ਬਿਧੀ ਚੰਦ ਜੀ ਗੁਰੂ ਘਰ ਦੀਆਂ ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਦੇ
पात्र बने कबीर संगत करिए साध की अंत करे निर्बाहो। एक दफ़ा संगत की है, रोज़ाना तो नहीं बाबा दली जी कोलों बैठे, एक दफ़ा की है, समुच्चा जीवन उन्हों का सवारिया गया। इस प्रकार अंगुली मार एक बारी संपर्क च आया, रोज़ाना सतसंगत नहीं सुनाया उन्होंने, तो वह सारा जीवन निर्मल हो गया। तो इस प्रकार भगत कबीर साह जी कहते कबीर संगत करिए साध की। हुण एक नुकता ये होर वाचन वाला है। असी ना अक्सर इंसानां दे पास बैठण की इच्छा रखते हैं, जिवें अज दा समां है, मनुख गल करनी भुल गया, ना अपनी करनी आउंदी, ना सुननी आउंदी है, ना वाचनी आउंदी है। फिर भी मनुख का कोई ना कोई यतन रहिंदा किसी ना किसी मजलिस विच बैठ के कोई ज्ञान की कोई आम जिहड़ी भी गल कीती जावे। भला देखिए कि जिहड़ी साडी गलबात करन दी जां बैठण दी चाहत है जां इच्छा है, ये इच्छा किस नुकते ते टिकी हुई है कि 15-20 मिनट घंटा 2 घंटे समा पास कर लीए, कि जां एक दूजे दे नाल विचार करके जे उहदे विचार गुरु शब्द नाल ज़्यादा जुड़े ने जां ज्ञान दे नाल ज़्यादा जुड़े ने ते उन्हां तों लाभ उठाया जावे। एक प्रमाण आपदे सन्मुख रखा, कबीर संगत करिए साधकी दा प्रमाण, कि साध इस ढंग नाल भी बंदे नूं प्रबोधदे हन। कहंदे कोई बहुत वड्डा अवगुणी मनुख किसी महात्मा दे कोल चला गया तो उन्होंने दस्सिया गया कि वह महात्मा बड़ी करुणा वाले ने, बड़ी दया वाले ने, तेरे ते बड़ी कृपा करनगे, चलिया जा। वो चलिया गया तो उत्थे सतसंग हो रहा सी, विच जाके बैठ गया। वो महात्मा जिहड़े वख्यान दे रहे सन, वो अपने आप नूं कदी कहण मेरे तो वड्डा पापी कोई नहीं है, मेरे तो वड्डा गुनाह कोई नहीं है। मतलब उन्होंने सारे अवगुण अपने आप ते ला के ते अपने बारे बोली जा रहे सन। वो इंसान बड़ा चिर सुनदा रहा, जदों सतसंग समाप्त होया जाके उन्हां दे चरनां ते पै गया तो कहण लगा मैनूं मेरे गुनाहां तो बख्श लो। वो महात्मा कहण लगे कि मैं तो अपने गुनाहां की गल कीती है, तेरे दे गुनाहां की गल ही नहीं कीती। वो कहण लगा दरअसल जिहड़े साध पुरख हुंदे ने ये शीशे वर्गे हुंदे ने, शीशा कुछ भी नहीं करदा पर मनुख नूं उहदी असलीयत तो जाणू करा दिंदा। तुहाडा वख्यान सुन के मैनूं मेरे मन जिहड़ा है तुहाडे वख्यान दे शीशे विचों नज़र आ गया, ਉਹਦੀ असल तस्वीर प्रगट हुई है, ਤਾਂ ਤੁਹਾਡੇ ਕੋਲੋਂ ਖਿਮਾ ਮੰਗਦਾ। इस तरह भी प्रबोधਦੇ ने साध जन। ਤਾਂ ਇਸੇ प्रकार ਹੁਣ ਜਿਵੇਂ ਸਲੋਕਾਂ ਦੇ ਵਿੱਚ ਕਈ ਸਲੋਕ ਐਸੇ ਆਉਂਦੇ ਨੇ, ਕਬੀਰ ਸਭ ਤੇ ਹਮ ਬੁਰੇ। ਹੁਣ ਭਗਤ ਸਾਹਿਬਾਨ ਜੀ ਦਾ ਜੀਵਨ ਬੜਾ ਉਚੇਰਾ, ਤੇ ਜਦੋਂ ਇਹ ਵਾਕ ਕਹਿ ਰਹੇ ਨੇ ਤੇ ਇਹਦਾ ਮਤਲਬ ਹੈ ਕਿ ਉਹ ਸਾਧ ਰੂਪ ਦੇ ਵਿੱਚ ਸਾਨੂੰ ਨਾਲ ਚਲਾ ਰਹੇ ਨੇ। ਕਿਉਂ ਜੋ ਹੋ ਸਕਦਾ ਜੀਵਨ ਦੀ ਅਵਸਥਾ ਹੋਵੇ ਜਾਂ ਨਾ ਹੋਵੇ, ਪਰ ਇਹ ਵਾਕ ਕਹਿਣ ਦਾ ਮਤਲਬ ਨਾਲ ਚਲਾ ਰਹੇ। ਜਿਵੇਂ ਸਮਾਜ ਦੇ ਵਿੱਚ ਜਿਹੜੇ ਚੰਗੇ ਬੰਦੇ ਨਾ ਜਦੋਂ ਕਿਸੇ ਨੂੰ ਪ੍ਰਭਾਵਿਤ ਕਰਦੇ ਨੇ, ਭਾਵੇਂ ਅਗਲਾ ਗਲਤੀ ਹੋਵੇ, ਉਹਨੂੰ ਗਲਤ ਵਿਸ਼ੇਸ਼ਣ ਦੇ ਨਾਲ ਸੰਬੋਧਨ ਨਹੀਂ ਕਰਦੇ ਤੇ ਉਹਨੂੰ ਇੱਕ ਚੰਗੇ ਵਿਸ਼ੇਸ਼ਣ ਨਾਲ ਸੰਬੋਧਨ ਕਰਦੇ ਹਨ। ਭਾਵ ਕਿ ਜੇ ਚੋਰ ਹੈ ਤੇ ਉਹਨੂੰ ਚੋਰ ਨਹੀਂ ਕਹਿੰਦੇ, ਉਹਨੂੰ ਕੋਈ ਹੋਰ ਵਿਸ਼ੇਸ਼ਣ ਕਹਿੰਦੇ ਨੇ, ਤਾਂ ਕਿ ਉਹਦੇ ਅੰਦਰੋਂ ਜਿਹੜੀ ਚੋਰ ਪੁਣੇ ਦੀ ਪਹਿਲਾਂ ਨੈਗੇਟਿਵਿਟੀ ਬਣੀ ਹੈ ਉਹ ਸਾਡੇ ਵਾਕਾਂ ਨਾਲ ਵਧਣ ਦੀ ਬਜਾਏ ਚੰਗਾ ਵਾਕ ਕਹਿਣ ਦੇ ਨਾਲ ਘਟ ਜਾਵੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਬਾਹੋ, ਸਾਖਤ ਸੰਗ ਨਾ ਕੀਜੀਐ ਜਾਂ ਤੈ ਹੋਏ ਬਿਨਾਹੋ। ਇਸ ਕਰਕੇ ਉਹ ਸੰਗ ਕਦੀ ਵੀ ਨਹੀਂ ਕਰਨਾ ਚਾਹੀਦਾ ਜਿਹੜਾ ਸੰਗ ਤੁਹਾਡੇ ਜੀਵਨ ਨੂੰ ਕਿਸੇ ਨਾ ਕਿਸੇ ਪੱਖ ਤੋਂ ਮਨਮੁਖਤਾ ਵਾਲਾ ਬਣਾ ਦੇ, ਅਨੈਤਿਕਤਾ ਵਾਲਾ ਬਣਾ ਦੇ, ਅਧਰਮ ਵਾਲਾ ਬਣਾ ਦੇ, ਅਕਾਲ ਪੁਰਖ ਤੋਂ ਬੇਮੁਖਤਾਈ ਵਾਲਾ ਬਣਾ ਦੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਉਂ? ਸਾਖਤ ਸੰਗ ਨਾ ਕੀਜੀਐ ਜਾਂ ਤੈ ਹੋਏ ਬਿਨਾਹੋ। ਮੈਂ ਆਪਣੇ ਜੀਵਨ 'ਚ ਐਸਾ ਦੇਖਿਆ, ਬਹੁਤ ਵੱਡੇ ਬੰਦੇ ਸਨ, ਬੜੇ ਵੱਡੇ ਨੇਮੀ ਪ੍ਰੇਮੀ ਸੇਵਾ ਭਾਵਨਾ ਵਾਲੇ, ਜ਼ਿੰਦਗੀ ਵਿੱਚ ਕੁਝ ਕੁ ਦਿਨਾਂ ਦਾ ਕਿਸੇ ਬੰਦੇ ਦਾ ਸੰਗ ਕਰ ਬੈਠੇ, ਅੰਮ੍ਰਿਤ ਕੀ ਦਾਤ ਤੋਂ ਵੀ ਮੁਨਕਰ ਹੋ ਗਏ। ਨਾਸਤਿਕਤਾ ਵਾਲੀ ਇੰਨੀ ਭੈੜੀ ਬਿਰਤੀ ਧਾਰਨ ਕਰ ਲਈ ਕਿ ਅੱਜ ਉਹਨਾਂ ਦੇ ਜੀਵਨ ਨੂੰ ਦੇਖ ਕੇ ਭੈ ਹੁੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਖਤ ਸੰਗ ਨਾ ਕੀਜੀਐ ਜਾਂ ਤੇ ਹੋਏ ਬਿਨਾਹੋ। ਹੁਣ ਉਦਾਹਰਨ ਦੇ ਤੌਰ 'ਤੇ ਜਦੋਂ ਅਸੀਂ ਟੈਂਕੀ ਦੇ ਵਿੱਚ ਪਾਣੀ ਸਟੋਰ ਕਰਦੇ ਹਾਂ ਮੋਟਰ ਦੁਆਰਾ, ਪ੍ਰੈਸ਼ਰ ਜ਼ੋਰ ਲੱਗਦਾ, ਦਬਾਅ ਵਧੇਰੇ ਪੈਂਦਾ ਹੈ, ਉੱਪਰੋਂ ਹੇਠਾਂ ਉਤਾਰਨਾ ਹੋਵੇ ਬਸ ਇੱਕ ਟੂਟੀ ਖੋਲ੍ਹਣ ਦੀ ਢੇਰ ਹੈ, 5-7 ਮਿੰਟ ਦੇ ਵਿੱਚ ਸਾਰਾ ਟੈਂਕਰ ਖਾਲੀ ਹੋ ਜਾਂਦਾ। ਪਰ ਜਦੋਂ ਉੱਪਰ ਕਰਨਾ ਹੈ ਉਦੋਂ ਸਮਾਂ ਵਧੇਕ ਲੱਗਦਾ ਹੈ। ਭਾਵ ਕਿ ਜਦੋਂ ਜੀਵਨ ਨੂੰ ਉਚਾਈ ਵਾਲੇ ਤਰਫ ਲਿਜਾਣਾ ਹੈ, ਰੋਜ਼ਾਨਾ ਦੀ ਸਤ ਸੰਗਤ ਦਾ ਨੇਮ ਪੈਦਾ ਕਰਨਾ ਹੈ, ਆਤਮ ਚਿੰਤਨ ਪੈਦਾ ਕਰਨਾ ਹੈ, ਗੁਰੂ ਸ਼ਬਦ ਦੇ ਨਾਲ ਪ੍ਰੀਤ ਵਧਾਉਣੀ ਹੈ, ਹੋ ਸਕਦਾ 10 ਸਾਲ ਵੀ 10 ਸਾਲਾਂ ਦੇ ਵਿੱਚ ਵੀ ਨਾ ਗੱਲ ਬਣੇ, ਪਰ ਜੇ ਹਿਰਦਾ ਤੋੜਨਾ, ਕੋਈ ਗੁਰਦੁਆਰੇ ਤੋਂ ਬਾਹਰ ਖਲੋ ਕੇ ਕਹਿ ਦੇ ਕਿ ਨਹੀਂ ਇਹ ਸਮਾਂ ਵਿਅਰਥ ਹੈ,
ਬੰਦਾ ਬੜੀ ਛੇਤੀ ਸਹਿਮਤ ਹੋ ਜਾਂਦਾ ਕਈ ਵਾਰੀ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਕਤ ਸੰਗ ਨਾ ਕੀਜੀਏ। ਸਾਕਤ ਦਾ ਭਾਵ ਜਿਹੜਾ ਮਨ ਦੇ ਤਲ 'ਤੇ, ਬੁੱਧੀ ਦੇ ਤਲ 'ਤੇ, ਵਿਵਹਾਰ ਦੇ ਤਲ 'ਤੇ ਇੰਨਾ ਮਨਮੁਖ ਹੈ ਕਿ ਉਹਦੇ ਦੇਖਣ ਦੇ ਨਾਲ ਹੀ ਬੰਦੇ ਦੇ ਵਿਚਾਰ ਮਲੀਨ ਹੋ ਜਾਂਦੇ ਨੇ। ਹੁਣ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ, ਔਰ ਸਾਕਤ ਦੀ ਮੈਂ ਇੱਕ ਦਿਨ ਕਿਤੇ ਪੜ੍ਹ ਰਿਹਾ ਸੀ, ਸਾਕਤ ਦਾ ਭਗਤ ਕਬੀਰ ਸਾਹਿਬ ਜੀ ਦੀ ਇੱਕ ਅਨੁਰਾਗ ਸਾਗਰ ਪੁਸਤਕ ਹੈ, ਉਹਦੇ ਵਿੱਚ ਸਾਕਤ ਦਾ ਭਾਵ ਉਹਨਾਂ ਨੇ ਕਿਹਾ ਕਿ ਇਵੇਂ ਦਾ ਹੈ ਕਿ ਇਵੇਂ ਕਹਿ ਲਓ ਕਿ ਕੋਈ ਫੁੱਲ ਹੋਵੇ ਪਰ ਉਹਦੇ ਅੰਦਰ ਕੰਢੇ ਹੋਣ ਅਤੇ ਮਨੁੱਖ ਉੱਪਰੋਂ ਫੁੱਲ ਨੂੰ ਘੁੱਟ ਕੇ ਪਕੜਨਾ ਚਾਹੇ ਅਤੇ ਬਾਅਦ 'ਚ ਕੰਢੇ ਚੁੱਭ ਜਾਣ। ਇਸ ਕਰਕੇ ਸਾਕਤ ਅਸਲ ਦੇ ਵਿੱਚ ਬੰਦੇ ਦੀ ਅੰਤਰ ਬਿਰਤੀ ਹੁੰਦੀ ਹੈ। ਹੋ ਸਕਦਾ ਬਾਹਰੋਂ ਤੁਹਾਨੂੰ ਧਾਰਮਿਕ ਹੀ ਨਜ਼ਰ ਆਵੇ, ਪਰ ਉਹਦੇ ਅੰਦਰਲੀ ਜਿਹੜੀ ਨਾਸਤਿਕਤਾ, ਬੇਮੁਖਤਾ ਵਾਲੀ ਬਿਰਤੀ ਹੈ, ਉਹ ਤੁਹਾਡੇ ਜੀਵਨ ਦਾ ਨੁਕਸਾਨ ਕਰ ਸਕਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਕਤ ਸੰਗ ਨਾ ਕੀਜੀਐ, ਜਾਂ ਤੇ ਹੋਏ ਬਿਨਾ ਉਹਦੇ ਨਾਲ ਆਤਮਿਕ ਮੌਤ ਬੰਦੇ ਨੂੰ ਸਹੇੜਨੀ ਪੈਂਦੀ ਹੈ। ਅਤੇ ਜੇ ਇੱਕ ਵਾਰੀ ਸਾਕਤ ਦਾ ਸੰਗ ਹੋ ਜਾਏ ਅਤੇ ਫਿਰ ਜਿਹੜਾ ਸਾਰਾ ਜੀਵਨ ਹੈ ਉਹ ਮਨੁੱਖ ਦਾ ਇੱਕ ਗਲਤ ਦਿਸ਼ਾ ਵੱਲ ਚਲਿਆ ਜਾਂਦਾ ਹੈ। ਕਬੀਰ ਜਗ ਮਹਿ ਚੇਤਿਓ ਜਾਨ ਕੈ, ਜਗ ਮਹਿ ਰਹਿਓ ਸਮਾਏ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸਕੂਨ ਦਾ ਮੁਕਾਮ ਪ੍ਰਾਪਤ ਕਰਨਾ ਸੀ, ਉਹਨਾਂ ਨੇ ਜੀਵਨ ਦੀ ਕਿਹੜੀ ਸਾਧਨਾ ਕੀਤੀ? ਸਾਧ ਜਨਾਂ ਨੂੰ ਮਿਲ ਕੇ ਜਗ ਮਹਿ ਚੇਤਿਓ। ਹੁਣ ਅਸੀਂ ਸਿਮਰਨ ਸ਼ਬਦ ਵਰਤਦੇ ਹਾਂ, ਸੰਸਕ੍ਰਿਤ ਦਾ ਹੈ। ਫਾਰਸੀ ਦੇ ਵਿੱਚ ਕਹਾਂਗੇ ਯਾਦ ਕਰੋ, ਪੰਜਾਬੀ ਦੇ ਵਿੱਚ ਕਹਾਂਗੇ ਤਾਂ ਕਹਾਂਗੇ ਚੇਤਾ ਕਰੋ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਸਾਧ ਦੀ ਉੱਤਮ ਸੰਗਤ ਪ੍ਰਾਪਤ ਕਰ ਲਈ, ਆਪਣੇ ਜੀਵਨ ਦਾ ਅਸਲ ਠੌਰ ਲੱਭਣਾ ਚਾਹਿਆ, ਕਹਿੰਦੇ ਉਹਨਾਂ ਨੇ ਕੀ ਕਰਮ ਕੀਤਾ? ਜਗ ਮੈਂ ਚੇਤਿਓ ਜਾਨ ਕੈ। ਇਸ ਜੱਗ ਵਿੱਚ ਭੁੱਲਿਆਂ ਦੇ ਵਾਂਗ ਨਹੀਂ ਰਹੇ, ਸਗੋਂ ਯਾਦ ਕਰਦੇ ਰਹੇ। ਚੇਤੇ ਦੇ ਵਿੱਚ ਇਹ ਗੱਲ ਦ੍ਰਿੜ ਰੱਖੀ ਕਿ ਜਗ ਮਹਿ ਰਹੇ ਉਹ ਸਮਾਏ, ਕਿ ਜਿਸ ਅਕਾਲ ਪੁਰਖ ਦੀ ਆਰਾਧਨਾ ਕਰਨੀ ਹੈ ਉਹ ਇਸ ਜਗਤ ਵਿੱਚ ਸਮਾ ਰਿਹਾ ਹੈ। ਜੈਸਰੀ ਬਾਣੀ ਦੇ ਵਾਕ ਹਨ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਅਤੇ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਗ ਮੈਂ ਚੇਤਿਓ ਜਾਨ ਕੈ, ਜਿਨ੍ਹਾਂ ਨੇ ਜੀਵਨ ਦੇ ਮਨੋਰਥ ਨੂੰ ਜਾਣ ਲਿਆ ਅਤੇ ਜਿਸ ਅਕਾਲ ਪੁਰਖ ਦੇ ਨਾਲ ਭੇਦ ਹੋਣਾ ਸੀ ਉਹਨੂੰ ਜਗਤ ਵਿੱਚ ਵਿਆਪਕ ਸਮਝ ਲਿਆ, ਕਿ ਫਿਰ ਕਹਿੰਦੇ ਉਹਦੇ ਨਾਲ ਭੇਦ ਹੋਣ ਦੇ ਲਈ ਉਹਨਾਂ ਨੇ ਗਿਆਨ ਦੇ ਸਹਿਤ ਜਾਣ ਕੇ ਉਹਦੇ ਸਿਮਰਨ ਦਾ ਆਹਾਰ ਬਣਾਇਆ ਹੈ। ਅਤੇ ਇਸੇ ਸਦਕਾ ਗੁਰਬਾਣੀ 'ਚ ਵਾਕ ਮਿਲਦੇ ਨੇ, ਚੇਤਾ ਈਤਾ ਚੇਤ ਸਾਹਿਬ ਸੱਚਾ ਸੋ ਤਣੀ। ਹੁਣ ਉਦਾਹਰਨ ਦੇ ਤੌਰ 'ਤੇ ਮਨੁੱਖ ਪਰਿਵਾਰ ਨੂੰ ਯਾਦ ਰੱਖਦਾ ਹੈ, ਆਪਣੇ ਕਾਰੋਬਾਰ ਨੂੰ ਯਾਦ ਰੱਖਦਾ ਹੈ, ਆਪਣੀ ਪ੍ਰਾਪਤ ਕੀਤੀ ਵਿੱਦਿਆ ਨੂੰ ਯਾਦ ਰੱਖਦਾ ਹੈ, ਪਰ ਜਦ ਮ੍ਰਿਤੂ ਵਰਗਾ ਸੰਕਟ ਬਣਦਾ ਹੈ, ਮਨੁੱਖ ਇਕੱਲਾ ਹੋਵੇ, ਨਾ ਉੱਥੇ ਯਾਦ ਰੱਖੀ ਵਿੱਦਿਆ ਕੰਮ ਆ ਰਹੀ ਹੈ, ਨਾ ਉੱਥੇ ਯਾਦ ਰੱਖੇ ਪਰਿਵਾਰ ਦੇ ਸੰਬੰਧੀ ਕੰਮ ਆ ਰਹੇ ਨੇ, ਨਾ ਧਨ ਆਦਿਕ ਸੰਪੱਤੀ ਦੀ ਯਾਦ ਕੰਮ ਆ ਰਹੀ ਹੈ, ਉਸ ਸਮੇਂ ਜਿਹੜਾ ਮ੍ਰਿਤੂ ਦਾ ਭੈ ਬਣਿਆ ਹੈ, ਉਸ ਭੈ ਤੋਂ ਮੁਕਤ ਕਰਨ ਵਾਲੀ ਰੱਬੀ ਯਾਦ ਹੈ। ਫਿਰ ਰੱਬੀ ਯਾਦ ਦੇ ਨਾਲ ਕੀ ਹੁੰਦਾ ਹੈ ਕਿ ਬੰਦੇ ਨੂੰ ਆਪਣੇ ਆਤਮ ਸਰੂਪ ਦੀ ਲਖਤਾ ਹੋ ਜਾਂਦੀ। ਆਤਮ ਸਰੂਪ ਦੀ ਲਖਤਾ ਦਾ ਮਤਲਬ ਕੀ ਹੈ ਕਿ ਉਹਦਾ ਇਹ ਭਰਮ ਟੁੱਟ ਜਾਂਦਾ ਕਿ ਮੈਂ ਸਰੀਰ ਦੇ ਤਲ 'ਤੇ ਹਾਂ। ਉਹਨੂੰ ਪਤਾ ਕਿ ਮੈਂ ਆਤਮ ਸਰੂਪ ਹਾਂ, ਬਸ ਥੋੜ੍ਹਾ ਸਮਾਂ। ਅਲਗ ਜਾਲੀ ਸਾਹਿਬ ਦੇ ਨਾ ਲੈਟਰ ਬੜੇ ਮਸ਼ਹੂਰ ਨੇ ਇਸਲਾਮ ਦੇ ਵਿੱਚ। ਤਾਂ ਉਹਨਾਂ ਨੇ ਇਸ ਦੁਨੀਆ ਦੇ ਜਾਣ ਤੋਂ ਪਹਿਲਾਂ ਆਪਣੇ ਆਖਰੀ ਖੱਤ ਦੇ ਵਿੱਚ ਲਿਖਿਆ, ਆਪਣੀ ਮੌਤ ਦਾ ਅਨੁਭਵ ਲਿਖਦੇ ਨੇ। ਉਹ ਕਹਿੰਦੇ ਕਿ ਉਹ ਜਦੋਂ ਬਾਅਦ ਦੇ ਵਿੱਚ ਪੜ੍ਹਿਆ ਗਿਆ ਉਹਦੇ ਵਿੱਚ ਲਿਖਿਆ ਸੀ, ਮਤਲਬ ਵੱਡੇ ਪੁਰਖਾਂ ਦਾ ਅਨੁਭਵ ਕੀ ਹੁੰਦਾ ਹੈ, ਗੁਰੂ ਸ਼ਬਦ ਦੇ ਨਾਲ ਬੰਦੇ ਨੂੰ ਆਤਮ ਦੀ ਲਖਤਾ ਕਿਵੇਂ ਸਮਝ ਆਉਂਦੀ ਹੈ। ਉਹ ਕਹਿੰਦੇ ਕਿ ਇਸ ਆਤਮ ਰੂਪ ਪੰਛੀ ਨੇ ਬੜਾ ਚਿਰ ਇਸ ਸਰੀਰ ਰੂਪ ਟਾਹਣੇ ਅਤੇ ਰੁੱਖ 'ਤੇ ਬਹਿ ਕੇ ਚਹਿਕ ਲਿਆ, ਬੜੇ ਗੀਤ ਗਾਏ, ਬੜਾ ਇਸ ਰੁੱਖ ਦਾ ਆਨੰਦ ਮਾਣਿਆ, ਪਰ ਕੁਝ ਅਰਸ਼ੀ ਰੁੱਖ ਵੀ ਸਨ ਜਿਨ੍ਹਾਂ ਦੇ ਉੱਪਰ ਬੈਠਣ ਨੂੰ ਜੀਅ ਕਰਦਾ ਸੀ। ਇਸ ਕਰਕੇ ਮੇਰਾ ਆਤਮਾ ਰੂਪ ਪੰਖੀ ਅੱਜ ਇਸ ਸਰੀਰ ਰੂਪ ਰੁੱਖ ਨੂੰ ਛੱਡਣ ਜਾ ਰਿਹਾ ਹੈ। ਇਹ ਉਹਨਾਂ ਦੀ ਮੌਤ ਦਾ ਅਨੁਭਵ ਸੀ। ਇਹਦਾ ਭਾਵ ਕੀ ਹੈ ਕਿ ਜਿਹੜਾ ਰੋਜ਼ਾਨਾ ਦਾ ਸਤਸੰਗੀ ਹੈ, ਜੇ ਉਹ ਐਡੀ ਅਵਸਥਾ ਨੂੰ ਧਾਰਨ ਕਰ ਲਵੇ, ਇਹਦਾ ਭਾਵ ਕਿ ਕੁਝ ਨਾ ਕੁਝ ਪੱਧਰ 'ਤੇ ਤਾਂ ਬੰਦੇ ਨੂੰ ਆਪਣੇ ਸਰੀਰ ਦੀ ਜਿਹੜੀ ਸੁੱਧ ਹੈ, ਜਿਹੜੀ ਬਾਹਰ ਮੁਖੀ ਹੈ, ਉਹਦਾ ਭਾਵ ਮੈਂ ਇਹ ਨਹੀਂ ਕਹਿ ਰਿਹਾ ਕਿ ਕੋਈ ਰੋਗ ਹੋ ਗਿਆ ਅਤੇ ਧਿਆਨ ਹੀ ਨਹੀਂ ਕਰਨਾ। ਮਤਲਬ ਉਹਦਾ ਭਾਵ ਹੈ ਕਿ ਜਿਵੇਂ ਹੁਣ ਸਾਨੂੰ ਅੱਜ ਦੀ ਘੜੀ ਇਹ ਲੱਗਦਾ ਕਿ ਜੇ ਸਰੀਰ ਖਤਮ ਹੋ ਜਾਏ ਤਾਂ ਜ਼ਿੰਦਗੀ ਖਤਮ, ਪਰ ਇਸ ਤੋਂ ਅਗਲਾ ਜੀਵਨ ਜਿਹੜਾ ਹੈ ਕਿ ਜੇ ਆਤਮ ਪ੍ਰਬਲ ਰਹੇ ਤਾਂ ਸਰੀਰ ਦਾ ਛੁੱਟਣਾ ਵੀ ਕੋਈ ਮੌਤ ਨਹੀਂ। ਜੇ ਇਸ ਤਰ੍ਹਾਂ ਦਾ ਕੋਈ ਭਾਵ ਹੰਡਾਵੇ ਤਾਂ ਉਹ ਸਤਸੰਗੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਗ ਮਹਿ ਚੇਤਿਓ ਜਾਨ ਕੈ। ਆਸਾ ਦੀ ਵਾਰ 'ਚ ਨਾ ਰੋਜ਼ਾਨਾ ਵਾਕ ਪੜ੍ਹਦੇ ਹਾਂ,
ਜਿਨੀ ਐਸਾ ਹਰ ਨਾਮ ਨ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਹੁਣ ਇਸ ਗੱਲ ਨੂੰ ਥੋੜ੍ਹਾ ਦੀਰਘਤਾ ਸਹਿਤ ਜੇ ਵਾਚੀਏ, ਜੋ ਮਨੁੱਖ ਜਨਮ ਪਾ ਕੇ ਜੋ ਕੁਝ ਸੰਚਿਤ ਕਰਦਾ ਹੈ ਉਹ ਕੀ ਹੁੰਦਾ ਹੈ, ਉਹ ਮਨੁੱਖ ਦੇ ਨਾਲ ਨਹੀਂ ਰਹਿੰਦਾ। ਜੋ ਕੁਝ ਵੀ ਮਨੁੱਖ ਸੰਚਿਤ ਕਰਦਾ, ਇੱਥੋਂ ਤੱਕ ਕਿ ਬੁੱਧੀ ਦੇ ਤਲ 'ਤੇ ਇਕੱਤਰ ਕੀਤੀ ਵਿੱਦਿਆ ਵੀ ਵਿਸਰ ਜਾਂਦੀ ਹੈ। ਪਰ ਹੁਣ ਉਦਾਹਰਨ ਦੇ ਤੌਰ 'ਤੇ ਜਿੰਨੀ ਐਸਾ ਹਰ ਨਾਮ ਦਾ ਭਾਵ ਜ਼ਿੰਦਗੀ ਦੇ ਵਿੱਚ ਬੜੇ ਲੈਕਚਰ ਸੁਣੇ ਹੋਣਗੇ, ਬੜੀ ਕਥਾ ਵੀ ਸੁਣੀ ਹੋਵੇਗੀ। ਹੋ ਸਕਦਾ ਨਾ ਸਾਰੇ ਲੈਕਚਰ ਯਾਦ ਹੋਣ, ਨਾ ਸਾਰੀ ਕਥਾ ਯਾਦ ਹੋਵੇ, ਪਰ ਉਸ ਕਥਾ ਨੂੰ ਸੁਣ ਕੇ ਜਿੰਨਾ ਸਮਾਂ ਮਨ ਦੀ ਅਵਸਥਾ ਪਵਿੱਤਰ ਰਹੀ ਹੈ, ਇਹ ਤਾਂ ਸਾਡੇ ਜੀਵਨ ਦਾ ਅਸਲ ਹਿੱਸਾ ਬਣਿਆ ਹੀ ਹੋਇਆ ਨਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸਾਧਨਾ ਨਹੀਂ ਕੀਤੀ, ਹੁਣ 24 ਘੰਟੇ ਦਾ ਸਮਾਂ ਸਾਡੇ ਸਾਰਿਆਂ ਕੋਲ ਹੈ। ਅਸੀਂ ਇੰਨਾ ਤਾਂ ਮੰਨਦੇ ਹਾਂ ਕਿ ਜਿਹੜਾ ਸਮਾਂ ਗੁਰੂ ਹਜ਼ੂਰੀ 'ਚ ਬਤੀਤ ਕੀਤਾ ਹੈ, ਘੱਟੋ ਘੱਟ ਇਹ ਸਾਡਾ ਸਮਾਂ ਸਫਲ ਹੈ। ਇਸ ਹਿਰਦੇ ਇਸ ਸਮੇਂ ਦੇ ਵਿੱਚ ਅਸੀਂ ਪਵਿੱਤਰ ਰਹੇ ਜਾਂ ਪਵਿੱਤਰ ਹੋਣ ਦੇ ਵੱਲ ਵਧਣ ਦਾ ਯਤਨ ਕੀਤਾ। ਤਾਂ ਭਗਤ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਯਤਨ ਵੀ ਨਹੀਂ ਕੀਤਾ, ਸੇ ਕਾਹੇ ਜਗ ਆਏ ਰਾਮ ਰਾਜੇ। ਜੇ ਇਹ ਵੀ ਯਤਨ ਨਹੀਂ ਕਰ ਸਕਦੇ, ਫਿਰ ਤਾਂ ਇੱਕ ਪਸ਼ੂ ਦੇ ਤਲ 'ਤੇ ਜੀ ਰਹੇ ਹਨ ਕਿ ਉਹਨੇ ਆਪਣੇ ਜੀਵਨ ਦੀ ਇੱਕ ਪ੍ਰਚਲਿਤ ਜੀ ਸੇਧ ਬਣਾਈ ਹੋਈ ਹੈ। ਹੁਣ ਇੱਕ ਦੂਜੀ ਗੱਲ, ਅੱਜ ਸਿੱਖਾਂ ਦੇ ਵਿੱਚ ਨਾਸਤਿਕਤਾ ਵੀ ਬੜੀ ਦਖਲ ਦੇ ਰਹੀ ਹੈ। ਮੇਰਾ ਕਿਸੇ ਦਫਾ ਕਿਸੇ ਨਾਲ ਇਸ ਤਰ੍ਹਾਂ ਦਾ ਵਾਰਤਾਲਾਪ ਹੋਇਆ, ਕਹਿਣ ਲੱਗਾ ਜੀ ਮੈਂ ਬੰਦਗੀ ਦੇ ਕਰਮ ਨੂੰ ਕੋਈ ਬਹੁਤੀ ਪ੍ਰਮੁੱਖਤਾ ਨਹੀਂ ਦਿੰਦਾ। ਮੈਂ ਕਿਹਾ ਜੀ ਠੀਕ ਹੈ। ਮੈਂ ਕਿਹਾ ਨਾਮ ਰੂਪ ਦੇ ਵਿੱਚ ਬੜੇ ਪਸਾਰ ਪਏ ਨੇ। ਜੇ ਤੂੰ ਧਰਤੀ 'ਤੇ ਬੰਦਗੀ ਦਾ ਧਨ ਨਹੀਂ ਕਮਾਇਆ, ਕਲਾ ਕਿਹੜੀ ਕਮਾਈ ਦਿਖਾ ਲ। ਕੋਈ ਕਲਾ ਨਹੀਂ ਸੀ ਕਮਾਈ, ਆਮ 10ਵੀਂ 12ਵੀਂ ਪਾਸ ਸੀ। ਮੈਂ ਕਿਹਾ ਚਲੋ ਜੇ ਕਲਾ ਨਹੀਂ ਕਮਾਈ, ਅਤੇ ਜੇ ਤੂੰ ਵਰਤਮਾਨ ਦੇ ਸਮੇਂ, ਕਿਉਂਕਿ ਹਿਊਮੈਨਿਜ਼ਮ ਵਿਆਖਿਆ ਦੇ ਉੱਪਰ ਨਾ ਸਾਡੀ ਸਿੱਖ ਵਿਆਖਿਆ ਦਾ ਇੱਕ ਸੰਕਟ ਵੀ ਹੈ ਕਿ ਹਿਊਮੈਨਿਜ਼ਮ ਇੱਕ ਵਿਸ਼ਾ ਹੈ ਪੂਰੇ ਵਿਸ਼ਵ ਦੇ ਵਿੱਚ ਚੱਲਦਾ, ਮਾਨਵਵਾਦ ਉਹਨੂੰ ਕਹਿੰਦੇ ਨੇ। ਉਸ ਮਾਨਵਵਾਦ ਦੇ ਸਿੱਖ ਵੀ ਗ੍ਰਸਤ ਹੋਈ ਜਾ ਰਹੇ ਨੇ ਅਤੇ ਇੱਕ ਤੁੱਕ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਕਿ ਨੀਅਤ ਸਾਫ਼ ਹੋਣੀ ਚਾਹੀਦੀ ਹੈ, ਧਰਮ ਦੀ ਕਾਹਦੀ ਲੋੜ ਹੈ। ਇਹ ਜਿਹੜਾ ਵਿਚਾਰ ਹੈ ਉਸ ਵਿਸ਼ੇ ਵਿੱਚੋਂ ਆਇਆ ਹੋਇਆ। ਫਿਰ ਮੈਂ ਕਿਹਾ ਜੇ ਤੂੰ ਕੋਈ ਕਲਾ ਨਹੀਂ ਕਮਾਈ ਧਰਤੀ 'ਤੇ ਰਹਿ ਕੇ, ਇਸ ਧਰਤੀ ਦਾ ਕਲਾ ਦੇ ਨਾਲ ਉਧਾਰ ਨਹੀਂ ਕੀਤਾ, ਕੋਈ ਸੇਵਾ ਜਿਹੜੀ ਵੈਲਫੇਅਰ ਦੇ ਨੁਕਤੇ ਤੋਂ ਕਮਾਈ ਹੋਵੇ ਬਹੁਤ ਵੱਡੀ, ਜਿਵੇਂ ਰੈੱਡ ਕਰਾਸ ਹੋਰ ਕਈ ਕਰਦੇ ਨੇ, ਕਹਿੰਦਾ ਮੈਂ ਇਹ ਵੀ ਨਹੀਂ ਕੀਤੀ। ਮੈਂ ਕਿਹਾ ਚਲੋ ਕੋਈ ਵੱਡਾ ਨੁਕਤਾ ਇਸ ਧਰਤੀ 'ਤੇ, ਐਜੂਕੇਟ ਦਾ ਨੁਕਤਾ ਉਹ ਵੀ ਨਹੀਂ, ਕੋਈ ਵੀ ਨੁਕਤਾ ਨਹੀਂ ਸੀ ਜ਼ਿੰਦਗੀ ਵਿੱਚ ਕਮਾਈ ਵਾਲਾ, ਅਤੇ ਕਹਿ ਰਿਹਾ ਮੈਂ ਬੰਦਗੀ ਨੂੰ ਪ੍ਰਮੁੱਖਤਾ ਨਹੀਂ ਦਿੰਦਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਗ ਮੈਂ ਚੇਤਿਓ ਜਾਣ ਕੈ ਜਿਨ੍ਹਾਂ ਨੇ ਜਾਣਿਆ। ਹੁਣ ਸੰਤ ਸਾਰੀ ਜ਼ਿੰਦਗੀ ਪਰਉਪਕਾਰ ਕਿਉਂ ਕਰਦਾ ਹੈ? ਉਹ ਇਸ ਕਰਕੇ ਥੋੜ੍ਹਾ ਕਰਦਾ ਕਿ ਮੇਰੇ 'ਤੇ ਜਾਣ ਤੋਂ ਬਾਅਦ ਲੋਕ ਮੇਰੀ ਬਰਸੀ ਮਨਾਉਣ। ਉਹ ਇਸ ਕਰਕੇ ਕਰਦਾ ਹੈ ਕਿ ਇਹਨਾਂ ਸਾਰਿਆਂ ਦੇ ਅੰਦਰ ਪ੍ਰਭੂ ਰਮਿਆ ਹੋਇਆ ਹੈ, ਅਤੇ ਇਹਨਾਂ ਦੀ ਸੇਵਾ ਹੀ ਪ੍ਰਭੂ ਦੀ ਸੇਵਾ ਹੈ। ਇਹਨਾਂ ਨੂੰ ਗਿਆਨ ਦਾ ਉਪਦੇਸ਼ ਦੇਣਾ ਹੀ ਮਾਲਕ ਦੇ ਦਰ 'ਤੇ ਮੇਰੀ ਪ੍ਰਤੀਤ ਕਰਾਏਗਾ। ਜਗ ਮੈਂ ਚੇਤਿਓ ਜਾਣ ਕੇ, ਉਹਨੇ ਇਸ ਜੱਗ ਵਿੱਚ ਇਹ ਜਾਣ ਕੇ ਜੀਵਿਆ ਹੈ ਕਿ ਅਕਾਲ ਪੁਰਖ ਸਰਬ ਜਗ੍ਹਾ ਰਮਿਆ ਹੋਇਆ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ ਹਰ ਕਾ ਨਾਮ ਨਾ ਚੇਤਿਓ ਬਾਅਦ ਇਹ ਜਨਮੇ ਆਏ। ਅਤੇ ਜਿਨ੍ਹਾਂ ਨੇ ਉਸ ਹਰੀ ਨਾਮ ਨੂੰ ਨਹੀਂ ਚੇਤਿਆ, ਉਹ ਭਾਵੇਂ ਜੀਵਨ ਦਾ ਕਿੰਨਾ ਵੀ ਰਸ ਕਸ ਮਾਣਦੇ ਰਹੇ, ਇਉਂ ਸਮਝੋ ਕਿ ਉਹ ਨਰਕ ਦੇ ਵਿੱਚ ਹੀ ਪਏ ਰਹੇ ਹਨ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਗ ਮੈਂ ਚੇਤਿਓ ਜਾਣ ਕੈ। ਇਸ ਕਰਕੇ ਰੱਬੀ ਜਾਤ ਦਾ ਤਨ ਆਪਣੇ ਪਾਸ ਕਿਉਂ? ਕਿਉਂਕਿ ਹੁਣ ਗੱਲ ਕੀ ਇਹਦੇ ਵਿੱਚ ਜਗ ਮੈਂ ਚੇਤਿਓ, ਜਦੋਂ ਕੋਈ ਮਨੁੱਖ ਰੱਬੀ ਜਾਤ ਵਿੱਚ ਜੁੜਦਾ ਹੈ ਅਤੇ ਉਹਦਾ ਦਵੈਤ ਮਿਟਦਾ ਹੈ। ਦਵੈਤ ਮਿਟਣ ਦੇ ਨਾਲ ਸਾਰੇ ਉਹਨੂੰ ਪ੍ਰਭੂ ਦਾ ਰੂਪ ਨਜ਼ਰ ਆਉਂਦੇ ਹਨ। ਫਿਰ ਆਪਣੇ ਜੀਵਨ ਦੇ ਜਿਸ ਵੀ ਯਤਨ ਦੇ ਨਾਲ ਉਹਦਾ ਉਧਾਰ ਕਰ ਸਕਦਾ ਹੈ, ਉਹ ਕਰਨ ਦਾ ਯਤਨ ਕਰਦਾ ਹੈ। ਉਹ ਆਚਾਰੀਆ ਓਸ਼ੋ ਰਜਨੀਸ਼ ਨੇ ਨਾ ਜਪਜੀ ਸਾਹਿਬ ਦੀ ਵਿਆਖਿਆ ਕੀਤੀ, ਉਹਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਉਦਾਸੀਆਂ ਬਾਰੇ ਇੱਕ ਨੁਕਤਾ ਕਿਹਾ, ਮੈਨੂੰ ਅੱਜ ਤੱਕ ਉਹ ਸਭ ਤੋਂ ਖਾਸ ਲੱਗਦਾ। ਕਹਿੰਦਾ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੇ ਉਦਾਸੀਆਂ ਕੀਤੀਆਂ ਲੋਕਾਂ ਦਾ ਸੁਧਾਰ ਕਰਨ ਦੇ ਲਈ। ਕਹਿੰਦਾ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ। ਉਹ ਆਚਾਰੀਆ ਓਸ਼ੋ ਰਜਨੀਸ਼ ਕਹਿੰਦਾ ਫਿਰ ਕਿਹਾ ਜਾਂਦਾ ਕਿ ਗੁਰੂ ਸਾਹਿਬ ਜੀ ਨੇ ਮਜਲੂਮਾਂ ਦਾ ਉਭਾਰ ਕਰਨਾ ਚਾਹਿਆ। ਕਹਿੰਦਾ ਮੈਂ ਇਹਦੇ ਨਾਲ ਵੀ ਸਹਿਮਤ ਨਹੀਂ। ਕਹਿੰਦਾ ਮੈਂ ਜਿਹੜਾ ਨੁਕਤਾ ਜਾਣਦਾ ਹਾਂ ਉਹ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਜਿਸ ਅਕਾਲ ਪੁਰਖ ਨੂੰ ਅਸੀਂ ਆਰਾਧਦੇ ਹਾਂ, ਜਦੋਂ ਉਹ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੇ ਹਿਰਦੇ ਅੰਦਰ ਬੈਠ ਗਿਆ ਅਤੇ ਉਹਨੇ ਗੁਰੂ ਨਾਨਕ ਸਾਹਿਬ ਜੀ ਨੂੰ ਇੰਨੇ ਪ੍ਰੇਮ ਦੇ ਨਾਲ ਭਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਲਈ ਤਲਵੰਡੀ ਵਿੱਚ ਰਹਿਣਾ ਮੁਸ਼ਕਿਲ ਹੋ ਗਿਆ। ਉਸ ਪ੍ਰੇਮ ਨੂੰ ਸਾਰੇ ਜਗਤ ਨੂੰ ਵੰਡਣਾ ਸੀ, ਚਾਹੇ ਗਿਆਨ ਕਰਕੇ, ਚਾਹੇ ਉਪਦੇਸ਼ ਕਰਕੇ, ਚਾਹੇ ਕਿਸੇ ਕਰਕੇ। ਇਸ ਕਰਕੇ ਗੁਰੂ ਨਾਨਕ ਨੇ ਸਗਲੀ ਕਾਇਨਾਤ ਦੀ
मतलब उदासी कीती, तां कि जिहड़ा मेरे अंदर अकाल पुरख दे टिकण नाल प्रेम पैदा होया वो ज्ञान करके, उपदेश करके, करुणा करके सारी लोकाई नूं प्रेम दी जाग लग जाए। तो कहंदे इस करके गुरु नानक साहब ने उदासियां कीतियां। तां गुरु साहब जी कहंदे जग भगत कबीर साहब जी कहंदे जग मैं चेत्यो जान क्या। जिन्हां ने इस गल नूं जाणिया कि वो इस कायनात विच रमिया होया है, वो ये तो भज्जे नहीं, इहदी सेवा विच लग गए। पर जिहड़े इस गल नूं नहीं जाण सके, भगत कबीर साहब जी कहंदे जिन हर का नाम ना चेत्यो बाधे जन्मै। बाबा फरीद साहब जी दे किड्डे वड्डे वाक हन। विसरिया जिन नाम ते भोए भार थीए। भाव कि जदों कोई याद, हुण देखो कई इस नुकते नूं असीं गुरबाणी दा कीर्तन सुणदे हां ते बंदा गल्लां नूं जोड़ जोड़ के देखे। भोजन जदों साडे सामणे पिया हुंदा है तो उस भोजन की कितनी कदर होंदी है। वो चाहे किस नूं भी दे दे, उहदी कदर है, उहदा एक महत्व है। और जदों मनुख की देह नाल छो जांदा, उहदी कोई कदर नहीं रह जाती। इसे प्रकार वाक कहंदे ना, अन्न देवता बै संतर देवता लूण पंजवा पाया किरत। पापी स्यो तन गड्ढिया थुक्का पईया तित के नाम रूप धरती सी, उहदे विचों नाम रूप अनाज पैदा होया तां कि तैनूं जीवन की ऊर्जा मिले तो तू परमेश्वर की याद विच जुड़ सके। पर इन्ना कुछ खाण भुंचण तो बाद भी उस ऊर्जा का तू विकारां वाला ही प्रयोग किया, मतलब तू नाम की पालना दे विच भी कुताही कर रहा। तो भगत कबीर साहब जी कहते जिन्हां ने ऐसा कर्म नहीं किया, इसे प्रकार बाधे जन्मे आए, उन्हां दा आउणा इस धरती ते व्यर्थ है। इस प्रकार भगत कबीर साहब जी सानूं दो श्लोकां द्वारा उपदेश बख्शिश करके नवाजदे ने। गुरबाणी च वाक ने, उत्तम संगत उत्तम होवै, कि उत्तम दे पास बैठोगे उत्तम हो जाओगे, निमन दे पास बैठोगे जीवन गिरावट वाल चलिया जाएगा। इस करके साध पुरखां दी संगत करो। तो जे हुण मान लो अज दे समय विच साध नहीं प्राप्त है, तो जिहड़ी गुरबाणी की व्याख्या ये सानूं साध होण दा ढंग सिखाउंदी है। बंदा इनू ही ईमानदारी दे नाल श्रवण करे तो इसे प्रकार जीवन रब्बी जात दे सहित शुभ गुणा की रास पल्ले बन के जिउना चाहिए, ताकि जीवन इस जहानी भी सफल होए तो परलोक दे विच भी सत्कार पावे। भगत कबीर साहब जी किरपा करन, श्लोकां दा भाव उपदेश साडे सारियां दे हिरदे अंदर वस जाए जी। सारियां दा इत्थे आया सफला होवे। पावन बाणी की लड़ीवार व्याख्या की आप जी दे नाल सांझ पाउंदिआं, व्याख्या का यतन आप दे सरमुख रखदिआं होईआं बेअंत भुल्लां दी खिमा जाचना जी। बड़े अदब सहित गज के फतेह अर्ज करो जी। वाहिगुरू जी का खालसा वाहिगुरू।